ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖੈਰਾ। ਸੋ ਖੈਰਾ ਸਾਹਿਬ, ਲੋਕ ਸਭਾ ਦੇ ਵਿੱਚ ਬਿਜਲੀ ਸੋਧ ਬਿੱਲ ਉਹਦੀ ਕਾਫੀ ਚਰਚਾ ਹੈ ਤੇ ਵਿਰੋਧੀ ਧਿਰਾਂ ਨੇ ਬੜੀ ਸਖਤਾਈ ਨਾਲ ਕੇਂਦਰ ਸਰਕਾਰ ਨੂੰ ਲਿਆ ਕਿ ਬਈ ਫਿਰ ਤੋਂ ਤੁਸੀਂ ਉਹੀ ਕੇਂਦਰੀਕਰਨ ਵੱਲ ਤੇ ਕਾਰਪੋਰੇਟ ਪੱਖੀ ਲੈ ਕੇ ਆ ਗਏ ਹੋ, ਜਿਵੇਂ 3 ਖੇਤੀ ਕਾਨੂੰਨ ਲੈ ਕੇ ਆਏ ਸੀ। ਉਦੋਂ ਵੀ ਕਹਿੰਦੇ ਸੀ ਦੇਸ਼ ਦੇ ਵਿਕਾਸ ਵਾਸਤੇ ਆ, ਦੇਸ਼ ਦੇ ਭਲੇ ਵਾਸਤੇ ਹੈ। ਹੁਣ ਵੀ ਉਹੀ ਗੱਲ ਕਹਿੰਦੇ ਪਏ ਉਹ ਦੇਸ਼ ਦੇ ਵਿਕਾਸ ਵਾਸਤੇ, ਦੇਸ਼ ਦੇ ਭਲੇ ਵਾਸਤੇ ਹੈ। ਪਹਿਲਾਂ ਤੁਸੀਂ ਪ੍ਰੈਸ਼ਰ 'ਚ ਆ ਕੇ 3 ਖੇਤੀ ਕਾਨੂੰਨ ਵਾਪਸ ਲੈ ਲਏ, ਹੁਣ ਫਿਰ ਪ੍ਰੈਸ਼ਰ ਬਣਦਾ ਵਿਖਾਈ ਦੇ ਰਿਹਾ। ਹਾਲਾਂਕਿ ਸਟੈਂਡਿੰਗ ਕਮੇਟੀ ਦੇ ਕੋਲ ਪੈਂਡਿੰਗ ਹੈ ਬਿੱਲ। ਅੱਛਾ, ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜਾ ਵਰਕਿੰਗ ਸਟਾਈਲ ਆ ਬੀਜੇਪੀ ਦਾ ਨਾ, ਉਹ ਬਹੁਤ ਡਿਫਰੈਂਟ ਆ ਸੰਜੀਵ ਜੀ। ਬੜੇ ਸਾਰੇ ਬਿੱਲ ਨੇ, ਬੜੀਆਂ ਸਾਰੀਆਂ ਘਟਨਾਵਾਂ ਨੇ, ਬੜੀਆਂ ਸਾਰੇ ਰੂਲਸ ਨੇ, ਰੈਗੂਲੇਸ਼ਨਸ ਨੇ ਜਿਹੜੀਆਂ ਇਹਨਾਂ ਨੇ ਬੜੀਆਂ ਪਾਵਰ ਕਰ ਲਈਆਂ। ਮਤਲਬ ਇਹ ਬਿਨਾਂ ਡਿਸਕਸ਼ਨ ਤੋਂ ਹੋ ਗਈਆਂ, ਬਿਨਾਂ ਤੁਸੀਂ ਦੇਖੋ ਕਿ ਬਿਨਾਂ ਇੱਕ ਆਪਾਂ ਕਹਿੰਦੇ ਸੀ ਵੀ ਕੱਲ ਜਦੋਂ ਇਸ ਗੱਲ ਕਰਦੇ ਸੀ ਆਪਾਂ ਕਿ ਜਿਹੜੇ ਕੇਂਦਰੀ ਬਿਜਲੀ ਮੰਤਰੀ ਆ ਉਹਨਾਂ ਨੇ ਸਾਰਾ ਕੁਝ ਤਿਆਰ ਕਰ ਲਿਆ, ਔਰ ਤਿਆਰ ਹੋਣ ਤੋਂ ਬਾਅਦ ਅਕਸਰ ਇਹ ਹੁੰਦਾ ਕਿ ਵੈਬਸਾਈਟ ਦੇ ਉੱਤੇ ਪੈ ਜਾਂਦਾ। ਇਸ ਵਾਰ ਵੈਬਸਾਈਟ ਦੇ ਉੱਤੇ ਵੀ ਨਹੀਂ ਪਾਇਆ। ਇਹ ਇਹਨਾਂ ਦਾ ਵਰਕਿੰਗ ਸਟਾਈਲ ਬਹੁਤ ਡਿਫਰੈਂਟ ਹੈ। ਜਿਵੇਂ ਅਸੀਂ ਕਹਿ ਲਈਏ ਕਿ GST, ਉਸ ਤੋਂ ਬਾਅਦ ਨੋਟਬੰਦੀ ਜਿਹੜੀ ਆ ਉਹ ਵੀ ਇਦਾਂ ਲੱਗ ਗਈ ਕਿ ਬਿਨਾਂ ਕਿਸੇ ਐਕਸਪਰਟ ਸਲਾਹ ਤੋਂ ਨੋਟਬੰਦੀ ਲੱਗੀ ਆ। ਹਾਂਜੀ। ਖੇਤੀ ਕਾਨੂੰਨ ਪਾਸ ਹੁੰਦੇ ਆ ਉਹ ਵੀ ਬਿਨਾਂ ਕਿਸੇ ਸਲਾਹ ਤੋਂ। ਲੋਕਡਾਊਨ ਲੱਗਦਾ ਉਹ ਵੀ ਬਿਨਾਂ ਕਿਸੇ ਸਲਾਹ ਤੋਂ। ਬੜੇ ਸਾਰੇ ਹੋਰ ਰੂਲ ਐਂਡ ਰੈਗੂਲੇਸ਼ਨਸ ਨੇ ਜਿਹੜੀਆਂ ਬਿਨਾਂ ਚਰਚਾ ਤੋਂ ਉਹ ਲਾਗੂ ਹੋ ਜਾਂਦੇ, ਜਿਹੜੇ ਕਿ ਲੋਕਤੰਤਰ ਦੇ ਲਈ ਬਹੁਤ ਖਤਰਾ। ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਤੇ ਲੋਕਤੰਤਰ ਉਦੋਂ ਹੀ ਪੂਰਨ ਹੁੰਦਾ ਹੈ ਜਦੋਂ ਇਹਦਾ ਮਤਲਬ ਹੀ ਇਹ ਹੈ ਕਿ ਵਿਰੋਧੀ ਧਿਰ ਦਾ ਇੱਕ ਅਹਿਮ ਰੋਲ ਹੈ। ਜਦੋਂ ਅਸੀਂ ਡਿਸਕਸ਼ਨ ਕਰਦੇ ਹਾਂ ਤੇ ਵਿਰੋਧੀ ਧਿਰ ਦੱਸਦੀ ਹੈ ਵੀ ਇਹਦੇ ਵਿੱਚ ਆਹ ਉਣਤਾਈਆਂ ਹੈਗੀਆਂ। ਹੁਣ ਜਦੋਂ ਅਸੀਂ ਬਿਜਲੀ ਸੋਧ ਬਿੱਲ ਦੀ ਗੱਲ ਕਰਦੇ ਹਾਂ, ਮੈਂ ਹੈਰਾਨ ਹਾਂ ਕਿ ਇਹ ਉਹੀ ਬਿੱਲ ਹੈ ਜਦੋਂ ਖੇਤੀ ਕਾਨੂੰਨ ਪਾਸ ਹੁੰਦੇ ਆ ਤੇ ਉਸ ਸਮੇਂ ਇਸ ਬਿੱਲ ਦੀ ਵੀ ਗੱਲ ਕੀਤੀ ਜਾਂਦੀ ਹੈ ਤੇ ਉਸ ਸਮੇਂ ਅਸੀਂ ਕਿਹਾ ਸੀ ਵੀ ਨਹੀਂ, ਇਹ ਚੀਜ਼ਾਂ ਨਹੀਂ ਹੋਣੀਆਂ ਹੈਗੀਆਂ। ਵੀ ਉਹ ਕਹਿੰਦੇ ਵੀ ਨਹੀਂ, ਅਸੀਂ ਖੇਤੀ ਇਹਨਾਂ ਨੂੰ ਕੰਸੀਡਰ ਹੀ ਨਹੀਂ ਕਰਦੇ। ਇਹ ਜਿਹੜਾ ਬਿਜਲੀ ਸੋਧ ਬਿੱਲ ਹੈ ਅਸੀਂ ਇਹਨੂੰ ਕੰਸੀਡਰ ਹੀ ਨਹੀਂ ਕਰਦੇ। ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਕੰਸੀਡਰ ਕੀ, ਇਹਨੂੰ ਤਾਂ ਇਹਦਾ ਤਾਂ ਖਰੜਾ ਵੀ ਤਿਆਰ ਹੋ ਗਿਆ ਤੇ ਹੁਣ ਲਾਗੂ ਵੀ ਹੋਣ ਵਾਲੀ ਆ। ਇੱਕ ਗੱਲ ਹੋਰ, ਤੁਸੀਂ ਜਿੱਦਾਂ ਵਿਰੋਧੀ ਧਿਰ ਦੀ ਗੱਲ ਕੀਤੀ ਆ, ਹਾਲਾਂਕਿ ਭਗਵੰਤ ਮਾਨ ਸਾਹਿਬ ਜਿਹੜੇ ਸਾਡੇ ਮੌਜੂਦਾ CM ਨੇ, ਉਹ ਕਹਿੰਦੇ ਨੇ ਕਿ ਅਸੀਂ ਡਟ ਕੇ ਵਿਰੋਧ ਕਰਾਂਗੇ। ਅਸੀਂ ਪੰਜਾਬ ਤੋਂ ਸੰਸਦ ਤੱਕ ਦਾ ਸਫ਼ਰ ਉਹਨਾਂ ਨੇ ਕਿਹਾ ਵੀ ਤੈਅ ਕਰ ਲਾਂਗੇ, ਸੜਕ ਤੋਂ ਸੰਸਦ ਤੱਕ ਦਾ। ਤੇ ਉਹੀ ਗੱਲ ਹੈ, ਪੰਜਾਬ ਤੋਂ ਸੰਸਦ ਦੀ ਜਾਣਾ ਅਸੀਂ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਤੇ ਕਹਿੰਦੇ ਅਸੀਂ ਆਪਣੀ ਲੜਾਈ ਹੱਕ ਸੱਚ ਦੀ ਲੜਾਈ ਲੜਾਂਗੇ। ਗੱਲ ਵੀ ਸਹੀ ਆ। ਦੇਖੋ, ਵਿਰੋਧੀ ਧਿਰਾਂ ਇਹ ਵੀ ਕਹਿ ਰਹੀਆਂ ਨੇ ਕਿ ਕਾਨੂੰਨ ਵਿੱਚ ਸੋਧ ਕਰਨਾ, ਇਹ ਬਾਰ-ਬਾਰ ਕਹਿੰਦੇ ਨੇ, ਉਸ ਬਹਾਨੇ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਤਿਆਰੀ ਹੋ ਰਹੀ ਹੈ। ਕੁਝ ਹੋਰ ਨਵੇਂ ਬਿੱਲ ਵੀ ਹੋਣਗੇ, ਸ਼ਾਇਦ ਉਹ ਲੈ ਕੇ ਆਉਣਗੇ, ਕਿਤੇ ਉਹ ਵੀ ਕਾਰਪੋਰੇਟ ਪੱਖੀ ਤੇ ਕੇਂਦਰੀਕਰਨ ਵੱਲ ਨਾ ਹੋਣ, ਕਿ ਫੈਡਰਲ ਜਿਹੜਾ ਢਾਂਚਾ ਉਹੀ ਟੁੱਟ ਜਾਵੇ, ਸਭ ਕੁਝ ਕੇਂਦਰ ਕੋਲ ਚਲਾ ਜਾਵੇ ਤੇ ਜਿਹੜੀਆਂ ਰਾਜ ਸਰਕਾਰਾਂ ਨੇ ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ, ਜਿਵੇਂ CM ਕਹਿ ਰਹੇ ਨੇ, ਇਹ ਚੀਜ਼ ਹੋ ਜਾਏ। ਦੂਜਾ ਇਹ ਵੀ ਇਲਜ਼ਾਮ ਲੱਗ ਰਿਹਾ ਕਿ ਜਿਹੜੀ ਅਸਲੀ ਐਕਚੁਅਲ ਚੀਜ਼ ਹੈ ਉਸ ਸਵਰੂਪ ਨੂੰ ਤਾਂ ਸਦਨ ਦੇ ਵਿੱਚ ਰੱਖਿਆ ਨਹੀਂ ਜਾ ਰਿਹਾ, ਕੁਝ ਹੋਰ ਹੀ ਦਿਖਾਇਆ ਜਾ ਰਿਹਾ ਹੈ ਤੇ ਜਦੋਂ ਪਾਸ ਹੋ ਜਾਣਾ ਉਦੋਂ ਕੁਝ ਹੋਰ ਵਿੱਚੋਂ ਨਿਕਲਣਾ ਹੈ। ਦੇਖੋ, ਇਹ ਪੋਸੀਬਲ ਨਹੀਂ ਹੈਗਾ। ਵੈਸੇ ਸੰਸਦ ਪੋਸੀਬਲ ਨਹੀਂ ਹੈ। ਸੰਸਦ ਦੇ ਵਿੱਚ ਤਾਂ ਪਹਿਲੀ ਗੱਲ ਉਹਨਾਂ ਨੇ ਬਹਿਸ ਦੇ ਲਈ ਇਸ ਬਿੱਲ ਨੂੰ ਪ੍ਰੈਜ਼ੈਂਟ ਨਹੀਂ ਕੀਤਾ। ਠੀਕ ਹੈ, ਫਿਰ ਉਹ ਜੋ ਮਰਜ਼ੀ ਕਰ ਦੇਣ, ਜਿੱਦਾਂ ਦਾ ਮਰਜ਼ੀ ਕਰ ਦੇਣ। ਉਹ ਉਹਨਾਂ ਦੇ ਜਿੱਦਾਂ ਹੁਣ ਹੁੰਦਾ ਨਾ ਵੀ ਘਰਦਿਆਂ ਨੇ ਕੋਈ ਸਲਾਹ ਕਰਨੀ ਹੈ, ਘਰ ਦੇ ਜਿਹੜੀ ਮਰਜ਼ੀ ਸਲਾਹ ਕਰਨ ਉਹ ਘਰਦਿਆਂ ਦੇ ਵਿੱਚ ਹੀ ਰਹਿਣੀ ਹੈ। ਇਹ ਇੱਦਾਂ ਆ ਕਿ ਸੰਸਦ ਦੇ ਜਿਹੜੇ BJP ਦੇ NDA ਪ੍ਰੋ NDA ਆ, ਉਹਨਾਂ ਦੇ ਕੋਲ ਪਤਾ ਇਨਫੋਰਮੇਸ਼ਨ ਹੋ ਸਕਦੀ ਆ, ਉਹ ਜੋ ਮਰਜ਼ੀ ਕਰ ਦੇਣ। ਬਿਲਕੁਲ ਸਹੀ ਆ। ਉਹ ਜਿਹੜੀ ਇਨਫੋਰਮੇਸ਼ਨ ਹੈ ਉਹ ਲੀਕ ਆਊਟ ਤਾਂ ਹੋਈ ਨਹੀਂ ਹੈ, ਕਿਸੇ ਵੇਲੇ ਵੀ ਲੀਕ ਆਊਟ ਨਹੀਂ ਹੋਈ। ਨਾ ਉਹ ਸਪੈਸ਼ਲ ਕਮੇਟੀ ਤੋਂ ਗਈ ਆ, ਨਾ ਉਹ ਵੈਬਸਾਈਟ ਤੇ ਪਈ ਆ, ਨਾ ਉਹ ਕਿਸੇ ਹੋਰ ਗੱਲ ਥਾਂ ਤੇ ਲੀਕ ਹੁੰਦੀ ਆ। ਉਹ ਤਾਂ ਸਿਰਫ ਇਹ ਹੈ ਕਿ ਕੇਂਦਰੀ ਮੰਤਰੀ ਨੇ ਆਪਣੇ ਘਰ ਬੈਠ ਕੇ ਬਣਾ ਲਿਆ ਹੋਣਾ ਖਰੜਾ, ਐਕਸਪਰਟਸ ਨੂੰ ਸੱਦ ਕੇ, ਆਪਣੇ ਐਕਸਪਰਟਸ ਨੂੰ, ਤੇ ਉਹਨਾਂ ਦੇ ਅਕੋਰਡਿੰਗ ਹੀ ਉਹ ਫਿਰ ਤੁਹਾਨੂੰ ਪਤਾ ਹੀ ਹੈ ਕਿਹਨਾਂ ਦੇ ਅਕੋਰਡਿੰਗ ਬਣਿਆ ਹੋਣਾ ਤੇ ਉਹ ਲਾਗੂ ਹੋ ਜਾਊਗਾ। ਰਹੀ ਗੱਲ, ਮੈਂ ਤੁਹਾਡੀ ਗੱਲ ਕਰਨਾ ਚਾਹੁੰਦਾ ਸੀ ਵੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਹੁਣੀ ਜਿਹੜੇ ਨੇ ਉਹ ਲਗਾਤਾਰ ਕਹਿੰਦੇ ਅਸੀਂ ਵਿਰੋਧ ਕਰਾਂਗੇ। ਕਰਨਾ ਵੀ ਚਾਹੀਦਾ ਵਿਰੋਧ। ਤੁਸੀਂ ਉਦੋਂ ਵਿਰੋਧ ਕਾਹਤੋਂ ਨਹੀਂ ਕੀਤਾ ਜਦੋਂ ਤੁਸੀਂ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਨੂੰ ਸਪੋਰਟ ਕਰਨ ਦੇਣ ਦੇ ਸੀਗੇ? ਉਸ ਦਿਨ ਵੀ ਤੁਸੀਂ ਗੱਲ ਕਰ ਸਕਦੇ ਸੀਗੇ, ਕਿਉਂਕਿ ਉਦੋਂ ਦੀਆਂ ਗੱਲਾਂ ਉੱਡਣ ਡਈਆਂ। ਜਦੋਂ ਚਲੋ ਆਪਾਂ ਪ੍ਰੈਜ਼ੀਡੈਂਟ ਦੀ ਗੱਲ ਤਾਂ ਛੱਡ ਦੇ, ਵਾਈਸ ਪ੍ਰੈਜ਼ੀਡੈਂਟ ਨੂੰ ਜਦੋਂ ਸਪੋਰਟ ਇਹਨਾਂ ਨੇ ਕੀਤਾ ਉਦੋਂ ਦੀ ਇਹ ਗੱਲ ਉੱਡਣ ਡਈ ਆ। ਉਦੋਂ ਨਹੀਂ ਤੁਸੀਂ ਬੈਕ ਆਊਟ ਕਰ ਲੈਂਦੇ। ਇੱਕ ਬੰਨੇ ਤੁਸੀਂ ਕਹਿੰਦੇ ਆ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਖਿਲਾਫ ਲੜਾਈ ਲੜਨੀ ਆ, ਦੂਸਰੇ ਬੰਨੇ ਤੁਸੀਂ ਉਹਨਾਂ ਨੂੰ ਸਪੋਰਟ ਕਰੀ ਜਾਂਦੇ ਆ। ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਦੇਖੋ ਬਹੁਤ ਵੱਡੀ ਗੱਲ ਤਾਂ ਹੈਗੀ ਆ, ਔਰ ਹਮੇਸ਼ਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ, ਕਿਉਂਕਿ ਹਮੇਸ਼ਾ ਆਪਣਾ ਪ੍ਰੋਫਿਟ ਲਾਸ ਦੇਖ ਕੇ ਲੋਕ ਚੱਲਦੇ ਨੇ। ਦੂਜੀ ਗੱਲ ਇਹ ਹੈ ਕਿ ਜੇ ਇਹ ਸਾਰੀਆਂ ਪ੍ਰਾਈਵੇਟ ਕੰਪਨੀਆਂ ਟੇਕ ਓਵਰ ਕਰ ਲੈਣਗੀਆਂ, ਇੱਕ ਤਾਂ ਉਹ ਸਰਕਾਰੀ ਜਿਹੜਾ ਸਾਰਾ ਇਦਾਰਾ ਹੈ ਤੇ ਜਿਹੜਾ ਸਰਕਾਰੀ ਸਾਰੀ ਮਸ਼ੀਨਰੀ ਹੈ ਉਹਦਾ ਆਪਣੇ ਮੁਤਾਬਿਕ ਇਸਤੇਮਾਲ ਕਰਨਗੇ। ਠੀਕ ਆ, ਹੋ ਸਕਦਾ ਹੈ ਕਿ ਜਿਹੜੇ ਕਲਾਇੰਟਸ ਨੇ, ਮਤਲਬ ਅਸੀਂ ਲੋਕ ਜਿਹੜੇ ਬਿੱਲ ਕੰਜ਼ਿਊਮਰ ਬਿੱਲ ਅਦਾ ਕਰਨ ਵਾਲੇ ਨੇ, ਉਹਨਾਂ ਦੀਆਂ ਵੱਖ-ਵੱਖ ਕੈਟਾਗਰੀਜ਼ ਬਣ ਜਾਣ,
ਪੋਟੈਂਸ਼ੀਅਲ ਵਾਲੇ ਕਿਹੜੇ ਨੇ, ਵਿਦਆਊਟ ਪੋਟੈਂਸ਼ੀਅਲ ਕਿਹੜੇ ਨੇ, ਕਿਹੜੇ ਸਰਕਾਰੀ ਖਾਤੇ 'ਚ ਪਾਉਣੇ ਨੇ, ਕਿਹੜੇ ਪ੍ਰਾਈਵੇਟ ਖਾਤੇ 'ਚ ਪਾਉਣੇ ਨੇ। ਫਿਰ ਪ੍ਰਾਈਵੇਟ ਕੰਪਨੀਆਂ ਆਪਣੇ ਮੁਨਾਫੇ ਵਾਸਤੇ ਕੰਮ ਕਰਨਗੀਆਂ। ਸਬਸਿਡੀ ਦਾ ਇਦਾਂ ਦਾ ਕਾਰਨ ਪੈਦਾ ਕਰ ਦਿੱਤਾ ਜਾਏਗਾ ਕਿ ਸਬਸਿਡੀ ਖਤਮ ਹੋ ਜਾਵੇ ਆਟੋਮੈਟਿਕਲੀ। ਔਰ ਇਹ ਹੋ ਸਕਦਾ ਹੈ ਕਿ ਰਾਜ ਸਰਕਾਰਾਂ ਵੱਲੋਂ ਕਿ ਬਿੱਲ ਸਾਰਿਆਂ ਨੂੰ ਦੇਣਾ ਪੈਣਾ ਜੀ, ਪਰ ਜਿੱਥੇ ਸਬਸਿਡੀ ਦੇਣੀ ਹੈ ਉਹ ਰਾਜ ਸਰਕਾਰ ਉਸ ਖਾਤੇ 'ਚ ਬਿੱਲ ਦਾ ਪੈਸਾ ਵਾਪਸ ਕਰ ਦੇਵੇ। ਇੱਕ ਇਹ ਵੀ ਉਹਦੇ ਵਿੱਚ ਸੋਧ ਕੀਤਾ ਜਾ ਰਿਹਾ। ਸੋ ਇਹ ਟੋਟਲ ਕੁੱਲ ਮਿਲਾ ਕੇ ਜਿਹੜੀ ਇਹ ਸਥਿਤੀ ਬਣ ਰਹੀ ਹੈ ਉਹ ਉਹੀ ਬਣ ਰਹੀ ਹੈ ਕਿ ਕਾਰਪੋਰੇਟ ਪੱਖੀ ਔਰ ਨਿੱਜੀਕਰਨ ਵੱਲ ਜਾ ਰਿਹਾ ਸਾਰੇ ਦਾ ਸਾਰਾ ਮਾਮਲਾ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਇੱਥੇ ਚਿੱਪ ਵਾਲੇ ਮੀਟਰ ਵੀ ਆ ਜਾਂਦੇ ਨੇ, ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਕੁੰਡੀਆਂ ਪੈਂਦੀਆਂ ਨੇ, ਬਿਜਲੀ ਚੋਰੀ ਹੁੰਦੀ ਹੈ, ਸਰਕਾਰ ਕਿੱਥੋਂ ਤੱਕ ਕੰਟਰੋਲ ਕਰੇ। ਹੁਣ ਇਹ ਆਪਣੇ ਘਰੋਂ ਇਹ ਸਾਰੇ ਕੰਮ ਲਾ ਕੇ, ਸਾਰੀ ਜ਼ਿੰਮੇਵਾਰੀ ਲਾ ਕੇ ਪ੍ਰਾਈਵੇਟ ਸੈਕਟਰ ਨੂੰ ਦੇ ਦਿਓ, ਵੇਚ ਦਿਓ ਤੇ ਵੇਚ ਵੱਟ ਕੇ ਆਪ ਆਪਣਾ ਪੈਸਾ ਕਮਾ ਕੇ ਆਪਣਾ ਰੱਖੋ ਖਜ਼ਾਨੇ 'ਚ ਤੇ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਉਹ ਆਪੇ ਕਰਨ, ਉਹ ਜਾਣਨ, ਉਹਨਾਂ ਦਾ ਕੰਮ ਜਾਣੇ, ਅਸੀਂ ਕੀ ਲੈਣਾ ਦੇਣਾ ਸਿਰਦਰਦੀ ਤੋਂ। ਹੁਣ ਇਸ ਪਾਸੇ ਵੀ ਸੋਚ ਤੁਰਦੀ ਜਾ ਰਹੀ ਹੈ। ਹੁਣ ਗੱਲ ਵਿੱਚੋਂ ਇਹ ਮੁੱਕੇਗੀ ਕਿ ਫਿਰ ਜਿਹੜੀ ਸਟੇਟ ਵੈਲਫੇਅਰ ਦਾ ਕਨਸੈਪਟ ਆ, ਲੋਕਾਂ ਦੇ ਵੈਲਫੇਅਰ ਦਾ ਕਨਸੈਪਟ ਆ, ਉਹਦਾ ਕੀ ਬਣੂਗਾ? ਕਿਉਂਕਿ ਪ੍ਰਾਈਵੇਟ ਕੰਪਨੀਆਂ ਕਿਸੇ ਦੇ ਭਲੇ ਵਾਸਤੇ ਕੰਮ ਨਹੀਂ ਕਰਦੀਆਂ ਹੁੰਦੀਆਂ, ਆਪਣੇ ਫਾਇਦੇ ਵਾਸਤੇ ਕੰਮ ਕਰਦੀਆਂ ਹੁੰਦੀਆਂ। ਦੈਟ ਇਜ਼ ਦਾ ਪੁਆਇੰਟ। ਅੱਛਾ, ਜਦੋਂ ਆਪਾਂ ਨਾ ਇਕਨੋਮੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪੁੱਛਦਾ ਵੀ ਤੁਸੀਂ ਕਿਹੜੀ ਇਕਨੋਮੀ ਤੋਂ ਆਉਂਦੇ ਆ। ਇੱਦਾਂ ਕਿਹਾ ਜਾਂਦਾ ਸੀ ਇੰਡੀਆ ਤੋਂ। ਅਸੀਂ ਕਹਿੰਦੇ ਸੀ ਸਾਡੀ ਇਕਨੋਮੀ ਜਿਹੜੀ ਆ ਉਹ ਮਿਕਸਡ ਇਕਨੋਮੀ ਹੈ। ਅਸੀਂ ਪ੍ਰਾਈਵੇਟ ਨੂੰ ਵੀ ਕਰਦੇ ਹਾਂ ਤੇ ਸੋਸ਼ਲ ਵੈਲਫੇਅਰ ਲਈ ਵੀ ਕਰਦੇ ਹਾਂ, ਦੋਨਾਂ ਨੂੰ ਮਿਕਸ ਕਰਕੇ ਚੱਲਦੇ ਹਾਂ। ਪਰ ਪਿਛਲੇ ਕੁਝ ਦਹਾਕਿਆਂ ਤੋਂ ਜਦੋਂ ਤੋਂ ਮੈਨੂੰ ਲੱਗਦਾ ਕਿ ਨਵੀਨੀਕਰਨ ਹੁਣ ਸ਼ੁਰੂ ਹੋਇਆ ਹਰ ਚੀਜ਼ਾਂ ਦਾ, ਉਦਾਰੀਕਰਨ, ਨਵੀਨੀਕਰਨ ਬੜੇ ਪਿਆਰੇ ਸ਼ਬਦ ਹੈ ਇਹ। ਉਸ ਸਮੇਂ ਤੋਂ ਇਦਾਂ ਹੋਣਾ ਸ਼ੁਰੂ ਹੋ ਗਿਆ ਕਿ ਸਭ ਕੁਝ ਪ੍ਰਾਈਵੇਟ ਹੱਥਾਂ ਤੇ ਦੇ ਦਿੱਤਾ। ਹੁਣ ਦੇਖੋ BSNL ਕਿਸੇ ਦਿਨ ਬੜੀਆਂ ਸ਼ਾਨਾਂ ਸ਼ੌਕਤ ਸੀਗੀਆਂ, ਬੜੀਆਂ ਸ਼ਾਨਮਤੀਆਂ ਆਰਗੇਨਾਈਜੇਸ਼ਨ ਸੀ BSNL। ਪ੍ਰਾਈਵੇਟ ਸੈਕਟਰ ਆ ਗਿਆ ਤੇ BSNL ਹੁਣੀ ਡਾਊਨ ਚਲੇ ਗਏ। ਉਸ ਤੋਂ ਪਹਿਲਾਂ ਚਲੇ ਜਾਓ, DD ਪੰਜਾਬੀ ਦੀ ਇੰਨੀ ਸ਼ਾਨ ਸੀਗੀ, ਜਾਂ DD ਜਿਹੜਾ ਦੂਰਦਰਸ਼ਨ ਸੀਗਾ। ਮੈਂ ਕਿਹਾ ਸ਼ੁੱਕਰਵਾਰ ਨੂੰ ਫਿਲਮ ਆਉਣੀ ਤੇ ਸਾਰਿਆਂ ਨੇ ਖੜੇ ਹੋ ਜਾਣਾ, ਮਤਲਬ ਦੇਖਣਾ ਵੀ ਪ੍ਰੋਗਰਾਮ ਕਿਹੜਾ ਆਉਣਾ। ਇੱਦਾਂ ਹੀ 2-3 ਹੋਰ ਨਾਟਕ ਆਉਂਦੇ ਹੁੰਦੇ ਸੀਗੇ। ਪੰਜਾਬੀ ਲਿਫਾਫੀ ਬੜਾ ਦੇਖਦੇ ਹੁੰਦੇ ਸੀਗੇ। ਚੈਨਲ ਆਏ ਤੇ DD ਜਿਹੜਾ ਦੂਰਦਰਸ਼ਨ ਆ ਉਹਦਾ ਭੱਠਾ ਬਹਿ ਗਿਆ ਜਾਂ ਬਿਠਾਇਆ ਗਿਆ। ਤੁਸੀਂ ਇੱਦਾਂ ਸੋਚ ਲਓ। ਹੁਣ ਫਿਰ ਜਦੋਂ ਆਪਾਂ ਕਹਿੰਦੇ ਆ 에ਅਰ ਇੰਡੀਆ ਬੜੀ ਸੋਹਣੀ ਚੱਲਦੀ ਸੀ ਜੀ, 에ਅਰ ਇੰਡੀਆ ਲਾਂਚ ਬੜਾ ਸੋਹਣਾ ਹੋਇਆ ਸ਼ੁਰੂ ਦੇ ਵਿੱਚ। ਫਿਰ ਸਰਕਾਰ ਨੇ ਲਿਆ, ਬੜੀਆਂ ਤਰੱਕੀਆਂ ਲਈਆਂ, ਬੜਾ ਪੈਸਾ ਕਮਾਇਆ, ਨਵੀਆਂ 에ਅਰਲਾਈਨਸ, ਕਮਰਸ਼ੀਅਲ 에ਅਰਲਾਈਨਸ ਆ ਗਈਆਂ, ਭੱਠਾ ਬਹਿ ਗਿਆ, ਬਿਠਾ ਦਿੱਤਾ, ਹੈ ਨਾ। ਤੇ ਉਸ ਤੋਂ ਬਾਅਦ ਟਰਾਂਸਪੋਰਟ ਸਿਸਟਮ ਜਿਹੜਾ ਆ, ਸਰਕਾਰੀ ਬੱਸਾਂ ਹੀ ਚੱਲਦੀਆਂ ਸੀ। ਹਿਮਾਚਲ ਦੇ ਵਿੱਚ ਤੁਸੀਂ ਦੇਖੋ ਫੁਰ ਕਰਕੇ ਸਰਕਾਰੀ ਬੱਸਾਂ ਆਹ ਦੀ ਆਹ ਪਹੁੰਚਾ ਦਿੰਦੀਆਂ ਸੀ। ਪ੍ਰਾਈਵੇਟ ਬੱਸਾਂ ਆਈਆਂ ਤੇ ਇਹਨਾਂ ਦਾ ਭੱਠਾ ਬਹਿ ਗਿਆ। ਇਹ ਸਿਸਟਮ ਹੈ ਕਿ ਤੁਸੀਂ ਜਾਂ ਤਾਂ ਤੁਸੀਂ ਕਹਿੰਦੇ ਹੋ ਕਿ ਆਪਣੇ ਆਪ ਨੂੰ ਕੈਪੇਬਲ ਨਹੀਂ ਸਮਝਦੇ ਤੁਸੀਂ। ਗਵਰਨਮੈਂਟ ਕਹਿੰਦੀ ਅਸੀਂ ਕੈਪੇਬਲ ਨਹੀਂ ਹੈਗੇ। ਦੂਸਰੀ ਗੱਲ, ਗਵਰਨਮੈਂਟ ਕਹਿੰਦੀ ਆ ਕਿ ਜਿਹੜੇ ਸਰਕਾਰੀ ਬੈਠੇ ਹੁੰਦੇ ਆ ਕੰਮ ਨਹੀਂ ਕਰਦੇ। ਬਈ ਤੁਸੀਂ ਵੀ ਤਾਂ ਸਰਕਾਰੀ ਬੈਠੇ, ਤੁਸੀਂ ਕਿੰਨਾ ਕੰਮ ਕਰਦੇ ਆ? ਗੱਲ ਇਹ ਹੈ ਨਾ ਕਿ ਉੱਤੋਂ ਹੀ ਥੱਲੇ ਜਾਂਦਾ ਹੈ। ਜੇ ਤੁਸੀਂ ਇਮਾਨਦਾਰੀ ਦੇ ਨਾਲ ਕੰਮ ਕਰਦੇ ਰਹੋ ਤੇ ਫਿਰ ਇਹ ਸੁਤੰਤਰ ਜਿਹੜਾ ਆ ਉਹਨੂੰ ਵਿਗੜਨ ਹੀ ਨਹੀਂ ਸੀ ਦੇਣਾ ਆਪਾਂ। ਦੋਨੋਂ ਪਾਸੇ ਪ੍ਰਾਈਵੇਟ ਹੈ ਚਾਹੇ ਸਰਕਾਰੀ, ਕੰਮ ਬੰਦਿਆਂ ਨੇ ਕਰਨਾ। ਜਿਹੜੇ ਪ੍ਰਾਈਵੇਟ 'ਚ ਕੰਮ ਕਰਨ ਵਾਲੇ ਨੇ ਕੋਈ ਅਸਮਾਨੋਂ ਤੇ ਉਤਰਦੇ ਨਹੀਂ, ਉਹੀ ਬੰਦੇ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੋ ਸਰਕਾਰੀ ਵਾਲੇ ਕੰਮ ਕਰਦੇ ਵਾਕਈ ਕੰਮ ਨਹੀਂ ਕਰਦੇ, ਜਾਂ ਇੱਕ ਬਹਾਨਾ ਲੱਭਿਆ ਜਾਂਦਾ ਕਿ ਸਭ ਕੁਝ ਪ੍ਰਾਈਵੇਟ ਕਰ ਦਿਓ ਤੇ ਬਹਾਨਾ ਇਹ ਲੱਭਿਆ ਜਾਂਦਾ ਕਿ ਸਰਕਾਰੀ ਦਾ ਕੋਈ ਕੰਮ ਹੀ ਨਹੀਂ ਕਰਦੇ। ਇਸ ਸਰਕਾਰੀ ਕੋਈ ਕੰਮ ਹੀ ਨਹੀਂ ਕਰਦੇ। ਇੰਨੇ ਸਾਲਾਂ ਦੇ ਸਰਕਾਰੀ ਉਹ ਕੰਮ ਕਰਦੇ ਪਏ ਸੀ, ਜਿਹੜਾ ਇੰਨੇ ਸਰਕਾਰੀ ਡਿਪਾਰਟਮੈਂਟ ਬਣੇ ਨੇ, ਇੰਨੇ ਐਸੈਟਸ ਬਣੇ ਨੇ, ਸਾਡੀਆਂ ਸਰਕਾਰਾਂ ਨੇ ਤਿਆਰ ਕੀਤੇ ਨੇ ਸ਼ੁਰੂ ਤੋਂ, ਹੁਣ ਜਾ ਕੇ ਉਹ ਸਾਰੇ ਫੇਲ ਹੋ ਗਏ। ਹੁਣ ਤੁਸੀਂ ਉਹਨਾਂ ਲੋਕਾਂ ਨੂੰ, ਉਹਨਾਂ ਬਿਜ਼ਨਸ ਹਾਊਸਿਸ ਨੂੰ ਫਾਇਦਾ ਦੇਣਾ ਚਾਹੁੰਦੇ ਹੋ, ਜੇ ਸਰਕਾਰੀ ਜਿਹੜੀ ਮਸ਼ੀਨਰੀ ਹੈ ਉਹਦਾ ਪੱਠਾ ਬਹਿ ਗਿਆ ਜਾਂ ਪੱਠਾ ਬਿਠਾਉਣਾ ਚਾਹੁੰਦੇ ਹੋ, ਇਹ ਤੁਹਾਡਾ ਏਜੰਡਾ ਹੋ ਸਕਦਾ ਹੈ, ਤੁਹਾਡੀ ਪਾਲਿਸੀ ਹੋ ਸਕਦੀ ਹੈ। ਬਟ ਜਿੱਥੇ ਸਟੇਟ ਵੈਲਫੇਅਰ ਮਾਈਨਸ ਹੋ ਗਿਆ, ਲੋਕਾਂ ਦੀ ਭਲਾਈ ਮਾਈਨਸ ਹੋ ਗਈ, ਸਭ ਕੁਝ ਪ੍ਰੋਫਿਟ ਹੋ ਗਿਆ, ਉਹ ਤਾਂ ਗੱਲ ਨਹੀਂ ਨਾ ਬਣੀ। ਫਿਰ ਜੇ ਸਰਕਾਰੀ ਮਤਲਬ ਵਪਾਰੀਆਂ ਵਾਂਗ ਗੱਲ ਕਰਨ ਲੱਗ ਪਵੇ ਕਿ ਕਿੰਨਾ ਲਾਭ ਤੇ ਕਿੰਨੀ ਹਾਨੀ ਹੋਈ, ਤੇ ਫਿਰ ਸਰਕਾਰ ਤੇ ਲੋਕ ਇਹ ਸੰਪਰਕ ਕੀ ਰਹੇਗਾ? ਫਿਰ ਇਲੈਕਸ਼ਨਸ ਦਾ ਕੀ ਮਤਲਬ ਰਹਿ ਜਾਂਦਾ? ਗੱਲ ਤੇ ਉਹੀ ਹੈ ਨਾ ਕਿ ਅਸੀਂ ਸਭ ਕੁਝ ਕਹਿੰਦੇ ਜੀ। ਆਪਾਂ ਕੱਲ ਵੀ ਗੱਲ ਕਰਦੇ ਸੀ ਵੀ ਲਾਲ ਕਿਲ੍ਹਾ ਵੀ ਗਹਿਣੇ ਆ, ਹੋਰ ਬੜੀਆਂ ਸਰਕਾਰੀ ਧਰੋਹਰਾਂ ਗਹਿਣੇ ਆ। ਇਹਨਾਂ ਸਰਕਾਰੀ ਧਰੋਹਰਾਂ ਦੇ ਉੱਤੇ ਕੋਈ ਆ ਕੇ ਮੂਹਰੇ ਨਾਕਾ ਲਾ ਕੇ ਖੜ ਜਾਵੇ ਜਾਂ ਕੋਈ ਐਜੀਟੇਸ਼ਨ ਹੋ ਜਾਵੇ, ਮੰਤਰੀ ਸਾਹਿਬ ਦੇ ਬਿਆਨ ਆਉਂਦੇ, ਇਹ ਹਮਾਰੀ ਸਰਕਾਰੀ ਧਰੋਹਰ ਹੈ, ਇਹ ਹਮਾਰੀ ਫਲਾਨੀ ਧਰੋਹਰ ਹੈ। ਜਦੋਂ ਤੁਸੀਂ ਗਹਿਣੇ ਰੱਖਦੇ ਹੋ ਤੁਹਾਨੂੰ ਚੇਤਾ ਨਹੀਂ ਆਉਂਦਾ? ਉਹ ਤਾਂ ਉੱਥੇ ਖੜ ਕੇ, ਆਪਾਂ 26 ਜਨਵਰੀ ਦੀ ਗੱਲ ਕਰਦੇ ਹਾਂ, ਉਹ ਤਾਂ ਚਲੋ ਉਹਨਾਂ ਨੇ ਉੱਥੇ ਜਾ ਕੇ ਐਜੀਟੇਸ਼ਨ ਕਰ ਲਿਆ, ਚਲੋ ਉਹ ਵੀ ਗਲਤ ਹੋ ਸਕਦਾ ਹੈ। ਪਰ ਜਦੋਂ ਤੁਸੀਂ ਗਹਿਣੇ ਰੱਖਦੇ ਆ, ਇਦੋਂ ਵੱਡਾ ਕਲੰਕ ਤਾਂ ਕੁਝ ਹੋਰ ਨਹੀਂ ਹੈਗਾ ਸਰਕਾਰੀ ਧਰੋਹਰ। ਔਰ ਕਈ ਵਾਰ ਤਾਂ ਮੈਨੂੰ ਇੱਦਾਂ ਲੱਗਦਾ ਕਿ ਸਵੇਰੇ ਉੱਠਦੇ ਨੇ ਤੇ ਸੋਚਦੇ ਨੇ ਅੱਜ ਕੀ ਵੇਚਣਾ ਹੈ,
ਤੇ ਕਿੱਥੋਂ ਕੀ ਵਟਣਾ ਹੈ ਤੇ ਆਪਣੇ ਖਜ਼ਾਨੇ 'ਚ ਕੀ ਜਮ੍ਹਾਂ ਕਰਨਾ ਹੈ, ਤੇ ਉਸ ਤੋਂ ਬਾਅਦ ਜਿਹੜੇ ਆਪਣੇ ਨਿੱਜੀ ਖਰਚੇ ਨੇ ਉਹ ਕੀ ਕਰਨੇ ਨੇ, ਕੀ ਕਰਨੇ ਆ, ਕਿੱਦਾਂ ਮੈਂ ਕਿਹੜਾ ਸੂਟ 10,000 ਦਾ ਪਾਉਣਾ ਤੇ ਕਿਹੜਾ 10 ਲੱਖ ਦਾ ਪਾਉਣਾ, ਕਿਹੜੀ ਘੜੀ ਮੰਗਾਉਣੀ ਆ, ਕਿਹੜਾ ਸ਼ਾਲ ਲੈ ਕੇ ਆਉਣਾ, ਮੈਂ ਫਲਾਣੇ ਥਾਂ ਚੱਲਾਂ ਤੇ ਮੇਰੀ ਫੋਟੋ ਜਿਹੜੀ ਆ ਉਹ ਫਲਾਣੇ ਫੋਟੋਗ੍ਰਾਫਰ ਤੋਂ ਖਿਚਾਉਣੀ ਆ ਤੇ ਆਹਾ ਮੈਗਜ਼ੀਨ 'ਚ ਆਉਣੀਆਂ ਚਾਹੀਦੀਆਂ। ਇਹ ਸਭ ਕੁਝ ਇਵੈਂਟਾਈਜ਼ ਹੋ ਰਿਹਾ, ਸਭ ਕੁਝ ਗਲੈਮਰਾਈਜ਼ ਹੋ ਰਿਹਾ। ਮੈਂ ਤਾਂ ਪਹਿਲਾਂ ਵੀ ਕਹਿਣਾ ਸੀਗਾ ਜਦੋਂ 2014 ਦੇ ਵਿੱਚ ਮੋਦੀ ਸਾਹਿਬ ਆਏ ਆ, ਮੈਂ ਕਿਹਾ ਵੀ ਅਸੀਂ ਸੈਲੀਬ੍ਰਿਟੀ ਸ਼ੈਫ ਸੁਣੇ ਸੀਗੇ, ਸੈਲੀਬ੍ਰਿਟੀ ਜਿਮ ਟ੍ਰੇਨਰ ਸੁਣੇ ਸੀਗੇ, ਸੈਲੀਬ੍ਰਿਟੀ ਡਾਕਟਰ ਵੀ ਸੁਣੇ ਸੀਗੇ, ਤੇ ਆ ਸੈਲੀਬ੍ਰਿਟੀ ਪੋਲੀਟੀਸ਼ੀਅਨ ਪਹਿਲੀ ਵਾਰੀ ਆਇਆ। ਬੜਾ ਸੋਹਣਾ ਐਕਟਿੰਗ ਆ, ਬੜੀ ਸੋਹਣੀ ਆ, ਐਂਡ 24 ਘੰਟੇ ਉਹਨੂੰ ਲੱਗਦਾ ਕਿ ਮੈਂ ਨਾ ਕਿਤੇ ਹੀਰੋ ਹੀਰੋਇਨਾਂ 'ਚ ਹੀ ਘਿਰਿਆ ਰਵਾਂ ਤੇ ਮੈਂ ਆਪ ਵੀ ਹੀਰੋ ਵਰਗਾ ਹੀ ਲੱਗਦਾ ਰਵਾਂ। ਇਹ ਸੈਲੀਬ੍ਰਿਟੀ ਆ, ਸੈਲੀਬ੍ਰਿਟੀ ਤਾਂ ਹੈ, ਔਰ ਨਾਲ ਇਹ ਵੀ ਮਾਰਕੀਟਿੰਗ ਦਾ ਹਿੱਸਾ ਹੈ, ਇਮੇਜ ਬਿਲਡਿੰਗ ਦਾ ਹਿੱਸਾ ਹੈ। ਔਰ ਕਿਹਾ ਜਾਂਦਾ ਕਿ ਜਦੋਂ ਤੱਕ ਸਾਰੇ ਮਸਲਿਆਂ ਦੇ ਉੱਤੇ ਇਹਨਾਂ ਦੇ ਵਿਚਾਰ ਨਾ ਸੁਣ ਲਏ ਜਾਣ ਉਦੋਂ ਤੱਕ ਕਿਸੇ ਮਸਲੇ ਨੂੰ ਡਿਸਾਈਡ ਨਹੀਂ ਕਰ ਸਕਦੇ। ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਜਿਹੜੇ ਮਸਲੇ ਡਿਸਾਈਡ ਕਿਹੜੇ ਆ। ਅੱਛਾ, ਡੋਨਲਡ ਟਰੰਪ ਦੇ ਨਾਲ ਇਹਨਾਂ ਦੀ ਬਹੁਤ ਬਣਦੀ ਆ, ਤੇ ਮੈਂ ਅੱਜ ਹੀ ਸਿੱਖ ਲਵਾਂ ਵੀ ਉਹ ਜਦੋਂ ਹੀ ਕਿਤੇ ਬੋਲਦਾ ਆ ਤੇ ਉਹ ਜਿਹੜੇ ਮੁਲਕ ਹੁਣ ਸਾਡੇ ਵਰਗੇ ਜਿਹੜੇ ਤਰੱਕੀਆਂ ਦੇ ਵਿੱਚ ਲੱਗੇ ਹੋਏ ਨੇ ਜਾਂ ਕਹਿ ਲਓ ਕਿ ਜਿਹੜੇ ਹੇਠਲੇ ਪੱਧਰ ਤੇ ਆ, ਉਹਨਾਂ ਦੇ ਉੱਤੇ ਉਲਟੀਆਂ ਕਰਨ ਸ਼ੁਰੂ ਹੋ ਜਾਂਦਾ, ਮਤਲਬ ਜਦੋਂ ਵੀ ਬੋਲਦੇ ਆ। ਅੱਜ ਉਹਨਾਂ ਨੇ ਫਲੋਰੀਡਾ ਦੇ ਵਿੱਚ ਉਹਨਾਂ ਦੇ FBI ਦੇ ਵੱਲੋਂ ਉਹਨਾਂ ਦੇ ਨਾ ਘਰ ਦੇ ਵਿੱਚ ਛਾਪਾ ਮਾਰ ਗਿਆ। ਉਹਦਾ ਕੀ ਕਹਿੰਦੇ, ਸਟੇਟਮੈਂਟ ਸੁਣੀ ਹੋਣੀ ਤੁਸੀਂ, ਕਹਿੰਦੇ ਜੀ ਇਹ ਕੰਮ ਜਿਹੜਾ ਨਾ ਅੰਡਰ ਡਿਵੈਲਪ ਤੇ ਡਿਵੈਲਪਿੰਗ ਕੰਟਰੀਆਂ 'ਚ ਹੁੰਦਾ, ਜਿੱਥੇ ਮੰਤਰੀ ਰਿਟਾਇਰ ਹੋ ਜਾਵੇ ਤੇ ਉਹਨਾਂ ਦੇ ਘਰੇ ਛਾਪੇ ਵੱਜਦੇ ਆ। ਤੇ ਉਹ ਮੈਂ ਦੇਖਿਆ, ਮੈਂ ਵੀ ਸਾਡੇ ਵਾਲਿਆਂ ਦੇ ਨਿਸ਼ਾਨੇ ਮਾਰਦਾ ਰਹਿੰਦਾ ਇਹ। ਪਿੱਛੇ ਜੇ ਉਹ ਕਹਿੰਦਾ ਸੀ ਵੀ ਇਹ ਗਰੀਬ ਮੁਲਕ ਜਿਹੜੇ ਨੇ ਇਹਨਾਂ ਨੂੰ ਤੇ ਪੁਸ਼ ਕਰ ਦੇਣਾ ਚਾਹੀਦਾ, ਫਲਾਨਾ ਕਰ ਦੇਣਾ ਚਾਹੀਦਾ ਆ। ਭਾਰਤ ਦੇ ਉੱਤੇ ਵੀ ਬੜੀ ਵਾਰੀ ਉਹਨੇ ਗੱਲ ਕੀਤੀ ਆ। ਇਹ ਇੱਕ ਤਰੀਕੇ ਦੇ ਨਾਲ ਮੈਂ ਉਹੀ ਗੱਲ ਕਰ ਰਿਹਾ ਵੀ ਇੱਥੇ ਮੋਦੀ ਸਾਹਿਬ ਕਹਿੰਦੇ ਵੀ ਮੇਰੇ ਤੋਂ ਬਿਨਾਂ ਕੋਈ ਸਲਾਹ ਨਹੀਂ ਲੈਂਦਾ। ਡੋਨਾਲਡ ਟਰੰਪ ਨੂੰ ਵੀ ਮਾੜਾ ਜਿਹਾ ਦੱਸ ਦਿਆ ਕਰੋ ਵੀ ਭਾਈ ਅਸੀਂ ਤੇ ਇਹ ਬਹੁਤ ਵੱਡੀ ਗੱਲ ਹੈ ਕਿ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਮਸਲਾ ਹੋਵੇ, ਜਦੋਂ ਤੱਕ ਇਹਨਾਂ ਦੇ ਵਿਚਾਰ ਉਹ ਨਹੀਂ ਸੁਣ ਲੈਂਦੇ, ਜਦੋਂ ਤੱਕ ਇਹ ਕੋਈ ਵਿਚਾਰ ਨਹੀਂ ਦੇ ਦਿੰਦੇ, ਉਹ ਫੈਸਲਾ ਨਹੀਂ ਕਰਦੇ। ਇਹਨਾਂ ਦੇ ਵਿਚਾਰ ਸੁਣ ਕੇ ਹੀ ਫੈਸਲਾ ਕਰਦੇ ਇਹਨਾਂ ਨੇ ਜਿਹੜੇ ਨਵੇਂ ਪ੍ਰੈਜ਼ੀਡੈਂਟ ਨੇ ਬਾਈਡਨ, ਉਹਨਾਂ ਨੂੰ ਦੱਸਤਾ ਵੀ ਅਸੀਂ ਵੀ ਇੱਦਾਂ ਕਰਦੇ ਹਾਂ, ਅਸੀਂ ਇੱਥੇ ਕੇਂਦਰੀ ਏਜੰਸੀਆਂ ਪਵਾ ਦਿੰਦੇ, ਤੁਸੀਂ ਵੀ ਪਵਾ ਦਿਆ ਕਰੋ ਤੇ ਸਿੱਟ ਰਹਿੰਦਾ ਕੰਮ। ਬਿਲਕੁਲ ਠੀਕ ਹੈ, ਵਿੱਚੋਂ ਨਹੀਂ ਕਰਦੇ। ਹੁਣ ਯੂਕਰੇਨ ਤੇ ਰਸ਼ੀਆ ਦਾ ਜਿਹੜਾ ਯੁੱਧ ਚੱਲ ਰਿਹਾ ਉਸ ਦੇ ਬਾਰੇ ਵਿਚਾਰ ਕੀ ਦਿੱਤੇ ਕਿ ਇਹ ਮਿਲ ਬੈਠ ਕੇ ਗੱਲਬਾਤ ਕਰੋ ਤੇ ਮਾਮਲਾ ਹੱਲ ਹੋ ਜਾਏਗਾ। ਇਹ ਤਾਂ ਕਾਮਨ ਗੱਲਾਂ ਨੇ, ਕੋਈ ਹੱਲ ਥੋੜਾ ਹੋਇਆ ਉਹ। ਨਹੀਂ ਇਹੀ ਤਾਂ ਦੇਖੋ ਕਹਿੰਦਾ ਨਾ ਵੀ ਗੱਲਾਂ ਉਹੀ ਹੁੰਦਾ ਨਾ ਵੀ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ। ਹੁਣ ਘਰੇ ਆਪਾਂ ਨੂੰ ਕੋਈ ਬੰਦਾ ਕਹਿ ਦੇਵੇ ਨਾ ਵੀ ਆਰਾਮ ਕਰਿਆ ਕਰੋ, ਜੇ ਕੋਈ ਤੁਹਾਨੂੰ ਕਹਿ ਵੀ ਲੈਂਦਾ ਨਾ ਤਾਂ ਉਹ ਜਰਬ ਹੀ ਲਿਆ ਕਰਨੀ ਚਾਹੀਦੀ ਗੱਲ। ਅਸੀਂ ਕਹਿੰਦੇ ਵੀ ਅਸੀਂ ਕਿਉਂ ਜਰੀਏ, ਅਸੀਂ ਕਿਉਂ ਜਰੀਏ। ਇਹੀ ਗੱਲ ਕਿਤੇ ਮੰਦਰ ਮਸਜਿਦ ਨੇ, ਕੋਈ ਗੁਰਦੁਆਰੇ ਕਿਸੇ ਪੰਡਤ ਨੇ ਕਹਿ ਦਿੱਤੀ ਵੀ अगर कुछ कह देता है तो कोई सुन लेना चाहिए। ਉੱਥੇ ਅਸੀਂ ਸਤਨਾਮ, ਸਤ ਵਚਨ, ਸਤਨਾਮ ਕਰ ਦੇਣਾ। ਇਹ ਤਰੀਕਾ ਵੀ ਮੰਤਰ ਉਹੀ ਆ, ਪਰ ਕਿਹਦੇ ਵੱਲੋਂ ਆ ਰਿਹਾ ਮੰਤਰ ਮੈਟਰ ਤਾਂ ਕਰਦਾ ਹੀ ਆ। ਬਿਲਕੁਲ ਸਹੀ ਗੱਲ ਹੈ। ਔਰ ਸਥਿਤੀ ਇਹੀ ਹੈ, ਮਾਰਕੀਟਿੰਗ, ਇਮੇਜ ਬਿਲਡਿੰਗ, ਵਾਕਈ ਸੈਲੀਬ੍ਰਿਟੀ, ਸਭ ਕੁਝ। ਲੋਕ ਕਿੱਥੇ ਖੜੇ ਨੇ? ਲੋਕਾਂ ਦੇ ਵਾਸਤੇ ਜਿਹੜਾ ਕੰਮ ਕਰਨ ਦੀ ਗੱਲ ਹੈ ਉਹ ਕਿੱਥੇ ਖੜੀ ਹੈ? ਲੋਕ ਤੁਹਾਨੂੰ ਦੇਸ਼ ਦੇ ਮੁੱਦੇ ਕਿੱਥੇ ਖੜੇ? ਲੋਕ ਮੈਂ ਤੁਹਾਨੂੰ ਦੱਸ ਦਿੰਦਾ, ਇਹਨਾਂ ਨੇ ਉਹ ਗੁਜਰਾਤ ਦੇ ਵਿੱਚ ਜਿਹੜੀ ਕੰਧ ਬਣਾਈ ਆ ਨਾ, ਉਹਦੇ ਪਿੱਛੇ ਖੜੇ ਆ। ਕਹਿੰਦੇ ਜੀ ਵੀ ਅਮਰੀਕਾ ਵਾਲਾ ਰਾਸ਼ਟਰਪਤੀ ਆਉਣਾ ਸੀਗਾ ਤੇ ਉਹ ਜਿੱਥੇ ਡਿਵੈਲਪ ਨਹੀਂ ਸੀ ਹੋਇਆ ਉੱਥੇ ਵੱਡੀ ਕੰਧ ਕਰ ਦਿੱਤੀ। ਹੁਣ ਉਹ ਲੋਕ ਤਾਂ ਉਹਦੇ ਪਿੱਛੇ ਖੜੇ ਆ, ਉਹ ਇਹਨਾਂ ਨੂੰ ਦਿਖਦੇ ਨਹੀਂ। ਉਹਦੇ ਬਾਰੇ ਟਰੰਪ ਨੇ ਨਹੀਂ ਕਿਹਾ ਕਿ ਇਹ ਵੀ ਜਿੱਥੇ ਡਿਵੈਲਪਿੰਗ ਕੰਟਰੀਜ਼ ਨੇ, ਪੂਅਰ ਕੰਟਰੀਜ਼ ਨੇ, ਇਹ ਉੱਥੇ ਹੀ ਹੁੰਦਾ ਹੈ। ਦੇਖੋ ਉਹ ਕਹਿ ਦੂਗਾ ਮੌਕੇ ਆਉਣ ਦੇ ਉੱਤੇ, ਅਗਲੇ ਨੂੰ ਸਾਰੇ ਭੇਤ ਪਤਾ ਆ। ਬਿਲਕੁਲ ਸਹੀ ਹੈ ਨਾ। ਸੋ ਭੇਦ ਜਿੰਨੇ ਘੱਟ ਖੋਲੇ ਜਾਣ ਠੀਕ ਹੈ, ਕਿਉਂਕਿ ਲੋਕ ਸਮਝਦੇ ਨੇ ਇਸ਼ਾਰਾ ਕਾਫੀ ਹੈ। ਪਰਦੇ ਮੇ ਰਹਿਣੇ ਦੋ। ਤੇ ਆਪਾਂ ਹੁਣ ਅੱਗੇ ਪਰਦਾ ਅਗਲਾ ਚੁੱਕਦੇ ਹਾਂ। ਰਾਘਵ ਚੱਡਾ ਜੀ, ਇੱਕ ਤਾਂ ਉਹਨਾਂ ਨੇ ਨੰਬਰ ਇਸ਼ੂ ਕੀਤਾ, ਉਹਦੇ ਕਰਕੇ ਚਰਚਾ 'ਚ ਬਣੇ ਹੋਏ ਨੇ। ਦੂਜਾ ਉਹ ਜਿਹੜਾ GST ਫ੍ਰੀ ਕਰਵਾ ਦਿੱਤੀਆਂ ਨੇ ਸੰਸਥਾਵਾਂ ਸਾਰੀਆਂ, ਸਰਾਵਾਂ ਸਾਰੀਆਂ ਜਿਹੜੀਆਂ ਸਾਡੀਆਂ ਧਾਰਮਿਕ ਸਰਾਵਾਂ ਨੇ, ਜਾ ਕੇ ਫਾਈਨੈਂਸ ਮਿਨਿਸਟਰ ਨੂੰ ਮਿਲੇ ਨੇ। ਲੋਕ ਕਹਿੰਦੇ ਨੇ ਮਿਲਣਾ ਨਹੀਂ ਸੀ, ਰਾਜ ਸਭਾ ਮੈਂਬਰ ਬਣਾਇਆ, ਕੋਈ ਅਹਿਸਾਨ ਕੀਤਾ, ਇਹ ਤੁਹਾਡੀ ਡਿਊਟੀ ਹੈ ਜਾ ਕੇ ਮਿਲਣਾ। ਅੱਛਾ, ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਨਾ ਕਹਿਣ ਵੀ ਮੈਂ ਮਿਲਿਆ ਸੀ ਤੇ ਇਹਨਾਂ ਨੇ ਸਰਾਹਾਂ ਵਾਲਾ ਜਿਹੜਾ ਉਹ ਵਾਪਸ ਲੈ ਲਿਆ। ਕ੍ਰੈਡਿਟ ਤਾਂ ਇਹੀ ਲੈ ਰਹੇ ਨੇ ਕਿ ਮੇਰੇ ਮਿਲਣ ਕਰਕੇ ਹੋਇਆ। ਉਹਨਾਂ ਨੇ ਪਹਿਲਾਂ ਹੀ ਕਰ ਦਿੱਤਾ ਸੀਗਾ ਅਨਾਉਂਸ ਵੀ ਐਵੇਂ ਰੌਲਾ ਪਾ ਦਿੱਤਾ ਇਹਨਾਂ ਨੇ, ਅਸੀਂ ਕਿਤੇ ਨਹੀਂ ਕਿਹਾ ਸੀਗਾ, ਅਸੀਂ ਕਿਤੇ ਕਿਹਾ ਨਹੀਂ ਵੀ ਸਰਾਵਾਂ ਦੇ ਉੱਤੇ ਅਸੀਂ ਧਾਰਮਿਕ ਥਾਵਾਂ ਦੇ ਉੱਤੇ 12% ਲਾਉਣਾ ਆ। ਇਹ ਤਾਂ ਐਵੇਂ ਰੌਲਾ, ਕਹਿੰਦੇ ਜੀ ਗਲਤ ਇਨਫੋਰਮੇਸ਼ਨ, ਮਿਸ ਇਨਫੋਰਮੇਸ਼ਨ ਫੈਲ ਗਈ ਆ। ਉਹਨਾਂ ਨੇ ਉਹ ਜਿਹੜਾ ਇਜਲਾਸ ਸੀਗਾ ਸੰਸਦ ਵਾਲਾ, ਉਸ ਤੋਂ ਪਹਿਲਾਂ ਇੱਕ ਦਿਨ ਗੱਲ ਕਰ ਦਿੱਤੀ ਸੀਗੀ। ਸੋ ਐਵੇਂ ਇਹ ਕ੍ਰੈਡਿਟ ਲੈਣ ਤੇ ਉਹ ਗੱਲ ਵੱਖਰੀ ਆ। ਵੈਸੇ ਤੁਸੀਂ ਇਹ ਨੰਬਰ ਦੀ ਗੱਲ ਤੇ ਮੈਨੂੰ ਆਫ ਕੈਮਰਾ ਵੀ ਦੱਸ ਗਏ, ਕੀ ਖਾਸ ਕੀ ਹੈ ਨੰਬਰ ਦੇ ਵਿੱਚ? ਪਤਾ ਨਹੀਂ, ਜਦੋਂ
ਕਿਹੜਾ ਸੀਐਮ ਦਾ ਚਿਹਰਾ ਹੋਵੇ, ਉਦੋਂ ਵੀ ਕੇਜਰੀਵਾਲ ਸਾਹਿਬ ਨੇ ਇੱਕ ਨੰਬਰ ਅਨਾਉਂਸ ਕੀਤਾ, ਭਗਵੰਤ ਮਾਨ ਸਾਹਿਬ ਨੂੰ ਚਿਹਰਾ ਅਨਾਉਂਸ ਕੀਤਾ ਗਿਆ। ਫਿਰ ਉਸ ਤੋਂ ਬਾਅਦ ਕਰਪਸ਼ਨ ਖਤਮ ਕਰਨ ਵਾਸਤੇ ਵੀ ਇੱਕ ਨੰਬਰ ਇਸ਼ੂ ਕੀਤਾ ਗਿਆ। ਫਿਰ ਉਸ ਤੋਂ ਬਾਅਦ ਬਜਟ ਜਦੋਂ ਆਉਣਾ ਸੀ ਉਦੋਂ ਵੀ ਲੋਕਾਂ ਦੀ ਸਲਾਹ ਲੈਣ ਵਾਸਤੇ ਨੰਬਰ ਇਸ਼ੂ ਕੀਤਾ ਗਿਆ। ਹੁਣ ਰਾਘਵ ਚੱਡਾ ਸਾਹਿਬ ਨੇ ਇਹ ਨੰਬਰ ਇਸ਼ੂ ਕੀਤਾ। ਇਹ ਉਹਨਾਂ ਦਾ ਪ੍ਰਾਈਵੇਟ ਨੰਬਰ ਹੈ ਜਾਂ ਗਵਰਨਮੈਂਟ ਵੱਲੋਂ ਨੰਬਰ ਹੈ, ਇਹ ਪਤਾ ਨਹੀਂ ਹਜੇ ਤੱਕ। ਕਿਉਂਕਿ ਹੋਰ ਵੀ ਲੋਕ ਹੈਗੇ ਨੇ ਜਿਹੜੇ ਰਾਜ ਸਭਾ ਦੇ ਮੈਂਬਰ ਨੇ, ਨੰਬਰ ਬੜਾ ਇਸ਼ੂ ਕਰਦੇ ਆ, ਨੰਬਰ ਬੜਾ ਇਸ਼ੂ ਕਰਦੇ ਨੇ। ਹੁਣ ਦੇਖਦੇ ਆ ਵੀ ਨੰਬਰ ਤੇ ਹੁੰਦਾ ਕੀ ਆ। ਅਗਲਾ ਸਲਾਹਕਾਰ ਬਣਾਇਆ ਵੀ ਹੁਣ ਸਿੱਧੀਆਂ ਸਲਾਹਾਂ ਸਿੱਧੀ ਕੌਣ ਕਰਿਆ ਕਰੂ। ਇੱਕ ਮੈਨੂੰ ਲੱਗਦਾ ਇਹਨਾਂ ਨੂੰ ਕਾਲ ਸੈਂਟਰ ਬਣਾ ਲੈਣਾ ਚਾਹੀਦਾ ਇੱਕ। ਤੇ ਉਹ ਇੱਕ ਤਾਂ ਰੋਜ਼ਗਾਰ ਹੋ ਜਾਊਗਾ, ਇੱਕ ਤੇ ਇਹਨਾਂ ਦੀਆਂ ਕਾਲਾਂ ਡਿਸਪੈਚ ਕਰਨੀਆਂ, ਸੁਣਨੀਆਂ, ਕੁਆਲਿਟੀ ਕੰਟਰੋਲ ਕਰਨਾ, ਮੈਜਰ ਅਸ਼ੋਰੈਂਸ, ਉਹ ਸਭ ਕੁਝ ਹੋ ਜਾਊਗਾ। ਹੁਣ ਇਸ ਨੰਬਰ ਦੇ ਉੱਤੇ ਜਦੋਂ ਤੁਸੀਂ ਫੋਨ ਡਾਇਲ ਕਰੋਗੇ, ਜਦੋਂ ਆਪਾਂ ਫੋਨ ਡਾਇਲ ਕਰੀਏ, ਨੰਬਰ ਜਿਹੜਾ ਬਹੁਤ ਪਪੂਲਰ ਕੀਤਾ ਜਾ ਰਿਹਾ, ਉੱਥੇ ਰਾਘਵ ਚੱਡਾ ਆਪ ਬੋਲਣਗੇ, ਕੋਈ ਅਟੈਂਡੈਂਟ ਹੋਏਗਾ, ਜਾਂ ਉਸ ਨੰਬਰ ਤੇ WhatsApp ਕਰਨਾ ਹੈ ਤਾਂ ਫਿਰ ਕਿੰਨੇ ਕੁ ਮੈਸੇਜ ਉਹ ਆਪ ਦੇਖਣਗੇ ਜਾਂ ਕਿੰਨਾ ਕੁ ਮੈਸੇਜ ਉਹ ਟੀਮ ਦੇਖੇਗੀ। ਮੈਂ ਉਹੀ ਕਹਿ ਰਿਹਾ ਵੀ ਆਮ ਬੰਦਿਆਂ ਦੇ ਲਈ ਖਾਸ ਕੰਮ ਤੇ ਚਾਹੀਦਾ ਹੈ ਨਾ, ਵੀ ਇਹਨਾਂ ਲਈ ਹੁਣ ਕਾਲ ਸੈਂਟਰ ਵੀ ਬਣਾ ਲੈਣਾ ਇੱਕ। ਪ੍ਰੈਕਟੀਕਲ ਤਾਂ ਨਹੀਂ ਲੱਗਦਾ ਮੈਨੂੰ ਇਹ ਕੰਮ। ਦੇਖੋ ਜੇ ਤਾਂ ਇਹ ਕਹਿੰਦੇ ਵੀ ਅਸੀਂ ਇਕੱਲੇ ਆ, ਸਾਡੀ ਟੀਮ ਹੈਂਡਲ ਕਰਦੀ ਹੈ, ਫਿਰ ਤੇ ਬਿਲਕੁਲ ਪ੍ਰੈਕਟੀਕਲ ਨਹੀਂ ਹੈ। ਚਾਹੇ ਅਸੀਂ ਕਹਿ ਲਈਏ ਕਿ ਆਬਾਦੀ ਮੁਕਾਬਲਤਨ ਥੋੜੀ ਆ ਪੰਜਾਬ ਦੀ, ਪਰ ਫਿਰ ਵੀ ਪ੍ਰੈਕਟੀਕਲ ਨਹੀਂ ਹੈ। ਪ੍ਰੈਕਟੀਕਲ ਪਹਿਲਾਂ ਵੀ ਨਹੀਂ ਹੋਇਆ। ਸਿੱਧੂ ਸਾਹਿਬ ਨੇ ਵੀ ਕਿਹਾ ਸੀ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਭਗਵੰਤ ਮਾਨ ਜੀ ਦੇ ਹੱਕ 'ਚ ਲੱਖਾਂ ਕਾਲਸ ਆ ਗਈ, ਕਿ ਲੱਖਾਂ ਕਾਲ ਤਾਂ ਸੰਭਵ ਹੀ ਨਹੀਂ ਹੈਗੀਆਂ ਇੱਕ ਨੰਬਰ ਦੇ ਉੱਤੇ, ਕਿੱਦਾਂ ਹੋ ਸਕਦੀਆਂ ਨੇ। ਤੁਸੀਂ ਕਿਤੇ ਨਾ ਕਿਤੇ ਯਾਦ ਕਰ ਲੈਂਦੇ ਸਿੱਧੂ ਮੂਸੇਵਾਲੇ ਸਿੱਧੂ ਸਾਹਿਬ ਨੂੰ, ਤੇ ਮੈਂ ਹੈਰਾਨ ਰਹਿ ਜਾਂਦਾ ਵੀ ਉਹ ਵੀ ਕਿਤੇ ਨਾ ਕਿਤੇ ਗੱਲ ਚੋਂ ਕੱਢ ਹੀ ਲਿਆਉਂਦੇ ਆ ਵੀ ਜਿਹੜਾ ਉਹ ਗੱਲ ਐਕਚੁਅਲੀ ਫੈਕਟਸ ਦੇ ਉੱਤੇ ਜਦੋਂ ਗੱਲ ਹੁੰਦੀ ਹੈ ਨਾ, ਉਦੋਂ ਗੱਲ ਵਿੱਚ ਆ ਜਾਂਦੀ ਹੈ। ਖੈਰ ਉਹਨੂੰ ਸਿਹਤ ਵੀ ਅੱਛੀ ਹੋ ਰਹੀ ਹੈ ਉਹਨਾਂ ਦੀ, ਕਹਿ ਰਹੇ ਨੇ ਜੇਲ੍ਹ 'ਚ ਉਹਨਾਂ ਦੀ ਥੋੜੀ ਸਿਹਤ ਦਾ ਚੱਲ ਰਿਹਾ ਸੀ। ਬਾਕੀ ਦੂਜੀ ਗੱਲ ਇਹ ਹੈ ਕਿ ਤੁਸੀਂ ਸਿੱਧੂ ਮੂਸੇਵਾਲਾ ਦੀ ਵੀ ਗੱਲ ਕਰ ਲਈ ਆ, ਵਿੱਚ ਨਾਲ ਨਾਮ ਜੁੜਦਾ ਮਿਲਦਾ ਉਹ ਕਹਿ ਰਹੇ ਭੁਲੇਖਾ ਲੱਗਦਾ, ਕਿਉਂਕਿ ਅਸੀਂ ਨਾਂ ਚੜਿਆ ਹੋਇਆ ਨਾ ਜ਼ੁਬਾਨ ਤੇ। ਹੈਪੀ ਭੁੱਲਰ ਇੱਕ ਗੈਂਗਸਟਰ, ਉਹਨਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ, ਔਰ ਕਿਤੇ ਨਾ ਕਿਤੇ ਕਨੈਕਸ਼ਨ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਵੀ ਲੱਗਦੇ ਪਏ ਨੇ। ਤੇ ਜਦੋਂ ਆਪਾਂ ਹੈਪੀ ਭੁੱਲਰ ਦੀ ਗੱਲ ਕਰਦੇ ਆ ਤੇ ਇਹ ਪੰਬੀਹਾ ਗਰੁੱਪ ਦਾ ਬੰਦਾ ਹੈ, ਪੰਬੀਹਾ ਗਰੁੱਪ ਹੈ, ਸ਼ੂਟਰ ਉਹਦਾ ਰਿਹਾ ਇਹ ਦਵਿੰਦਰ ਪੰਬੀਹਾ। ਕਹਿੰਦੇ ਵੀ ਇਹਨੂੰ 2 ਦਿਨ ਪਹਿਲਾਂ ਗ੍ਰਿਫਤਾਰ ਕਰ ਲਿਆ ਸੀਗਾ, ਪਰ ਇਹਦੀ ਹੱਲੇ ਤੱਕ ਸੁੱਧ ਬੁੱਧ ਨਹੀਂ ਹੈਗੀ ਵੀ ਕਿੱਥੇ ਰੱਖਿਆ ਇਹਨੂੰ, ਕਿਹਨੇ ਗ੍ਰਿਫਤਾਰ ਕੀਤਾ, ਕਿੱਥੇ ਲੈ ਕੇ ਗਏ ਆ, ਕਿਉਂ ਲੈ ਕੇ ਗਏ ਆ। ਕਹਿੰਦੇ ਮੈਨੂੰ ਡਰ ਆ ਕਿ ਇਹਦਾ ਐਨਕਾਊਂਟਰ ਨਾ ਕਰ ਦਿੱਤਾ ਹੋਵੇ। ਹੁਣ ਗੱਲ ਇਹ ਆਉਂਦੀ ਆ, ਦੇਖੋ ਜਦੋਂ ਆਪਾਂ ਗੱਲ ਕਰਦੇ ਆ ਨਾ ਕਿ ਇੱਕ ਰਾਈਟ ਹੁੰਦਾ, ਇੱਕ ਜਿਹਨੂੰ ਅਸੀਂ ਕਹਿੰਦੇ ਹਿਊਮਨ ਰਾਈਟਸ ਹੁੰਦੇ ਆ। ਕੈਨੇਡਾ ਅਮਰੀਕਾ ਦੇ ਵਿੱਚ ਤੁਹਾਡੇ ਕੋਲੇ ਸਪੈਸ਼ਲ ਅਟਾਰਨੀਜ਼ ਹੁੰਦੇ ਨੇ ਜਿਹੜੇ ਹਿਊਮਨ ਰਾਈਟਸ ਦੇ ਉੱਤੇ ਕੰਮ ਕਰਦੇ ਨੇ। ਉਹ ਦੇਖਦੇ ਨੇ ਕਿ ਜਦੋਂ ਤੁਸੀਂ ਕਿਸੇ ਨੂੰ ਗ੍ਰਿਫਤਾਰ ਕਰ ਰਹੇ ਹੋ ਨਾ, ਤਾਂ ਉਹਦੇ ਨਾਲ ਬੰਦਿਆਂ ਨਾਲ ਸਲੂਕ ਕਰਨਾ ਬਹੁਤ ਜ਼ਰੂਰੀ ਹੈ। ਹਾਲਾਂਕਿ ਕ੍ਰਿਮੀਨੈਲਿਟੀ ਜਦੋਂ ਅਸੀਂ ਦੇਖਦੇ ਹਾਂ ਨਾ, ਬਰੂਟਲ ਕ੍ਰਿਮੀਨੈਲਿਟੀ ਦੇਖਦੇ ਹਾਂ, ਤਾਂ ਸਾਡਾ ਦਿਲ ਕਰਦਾ ਇਹ ਬੰਦੇ ਨੂੰ ਉੱਥੇ ਗੋਲੀ ਮਾਰ ਦਈਏ। ਸਪੋਜ਼ ਕੋਈ ਨਾਬਾਲਗ ਦੇ ਨਾਲ ਰੇਪ ਕਰ ਲਿਆ ਹੋਵੇ ਕਿਸੇ ਨੇ, ਪੁਲਿਸ ਉਹਨੂੰ ਫੜਨ ਜਾਂਦੀ ਹੈ, ਤੇ ਹਰ ਹਿਊਮਨ ਸਾਈਕੋਲੋਜੀ ਆ, ਅਸੀਂ ਸੋਚਦੇ ਹਾਂ ਕਿ ਇਹਨੂੰ ਇੱਥੇ ਗੋਲੀ ਮਾਰ ਦਈਏ, ਇਹਨੇ ਆਹ ਕੀਤਾ ਹੈ। ਪਰ ਉਹ ਬੰਦਿਆਂ ਨੂੰ ਸਪੈਸ਼ਲ ਟ੍ਰੇਨਡ ਕੀਤਾ ਜਾਂਦਾ ਬਈ ਤੁਸੀਂ ਉਹਨੂੰ ਜਦੋਂ ਫੜ ਰਹੇ ਹੋ ਤਾਂ ਧਿਆਨ ਰੱਖਣਾ ਹੈ ਕਿ ਉਹਨੇ ਜੋ ਕਰਤਾ ਤੁਸੀਂ ਉਹਦਾ ਕੋਈ ਅੱਗੇ ਜਿਹੜਾ ਹਿਊਮਨ ਰਾਈਟ ਹੈ ਉਹ ਵਾਇਲੈਂਸ ਨਹੀਂ ਉਹਦਾ ਕਰਨਾ। ਮੈਗਨਾ ਕਾਰਟਾ ਦੇ ਉੱਤੇ ਗੱਲ ਹੁੰਦੀ ਆ, ਬਥੇਰਾ ਕੁਝ ਹੁੰਦਾ ਰਿਹਾ ਵੀ ਇਹ ਸਾਰਾ ਬਣਿਆ, ਫਿਰ ਹਿਊਮਨ ਰਾਈਟ ਸਾਡੇ ਕੋਲੇ ਆਏ ਆ ਜਿਹੜੇ ਯੂਐਨ ਨੇ ਐਕਸੈਪਟ ਕੀਤੇ ਆ। ਪਰ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਘਾਣ ਜਿਹੜਾ ਹੁੰਦਾ ਨਾ, ਉਹ ਸਾਡੇ ਵਰਗੇ ਮੁਲਕ ਦੇ ਵਿੱਚ ਘਾਣ ਹੁੰਦਾ ਆ। ਹਾਲਾਂਕਿ ਅਸੀਂ ਉਦੋਂ ਵੀ ਗੱਲ ਕੀਤੀ ਸੀ ਵੀ ਮਨਪ੍ਰੀਤ ਕੂਸਾ ਤੇ ਜਗਰੂਪ ਰੂਪਾ, ਹਾਂਜੀ 2 ਜਣੇ ਸੀਗੇ, ਇਹ 2 ਜਣੇ ਇਹਨਾਂ ਤੋਂ ਫੜੇ ਨਹੀਂ ਗਏ, ਐਨਕਾਊਂਟਰ ਕਰ ਦਿੱਤਾ। ਕਿੰਨੀਆਂ ਕੁ ਗੋਲੀਆਂ ਚਲਾ ਲੈਂਦੇ ਉਹ, ਕਿੰਨੇ ਦਿਨ ਉੱਥੇ ਲੁਕੇ ਰਹਿੰਦੇ। ਤੁਹਾਡੇ ਕੋਲੇ ਪੂਰੀ ਫੌਜ ਆ ਜੀ, ਤੁਸੀਂ ਪੂਰੀ ਅੰਮ੍ਰਿਤਸਰ ਡਿਵੀਜ਼ਨ ਵੀ ਲਾ ਦਿੰਦੇ ਤਾਂ ਤੁਹਾਨੂੰ ਲੱਗਦਾ ਨਹੀਂ ਸੀ ਵੀ ਉਹ ਭੱਜ ਜਾਣਗੇ ਕਿਤੇ। ਫਿਰ ਨਿਕਲ ਖਬਰ ਆਈ, ਕਹਿੰਦੇ ਜੀ ਬੈਲਿਸਟਿਕ ਰਿਪੋਰਟ ਆ ਗਈ ਆ, ਜਿਹੜੀਆਂ ਗੋਲੀਆਂ ਉਹ ਚਲਾਉਂਦੇ ਸੀ ਤੇ ਜਿਹੜੇ ਕਾਰਤੂਸ ਤੋਂ ਗੋਲੀਆਂ ਉਹ ਨਿਕਲੀਆਂ, ਤੇ ਜਿਹੜੀਆਂ ਸਿੱਧੂ ਮੂਸੇਵਾਲੇ ਨੂੰ ਲੱਗੀਆਂ ਉਹ ਇੱਕੋ ਹੀ ਆ, ਸੇਮ ਨੇ। ਅੱਛਾ, ਇੰਨੇ ਦਿਨਾਂ ਤੋਂ ਨਾਲ ਲੈ ਕੇ ਤੁਰੇ ਫਿਰਦੇ ਸੀ ਉਹ ਹਥਿਆਰ। ਕਮਾਲ ਦੀ ਗੱਲ ਆ। ਨਵੀਆਂ ਕਹਾਣੀਆਂ ਡਿਸਪੋਜ਼ ਆਫ ਨਹੀਂ ਕੀਤਾ ਨਾ। ਕ੍ਰਿਮੀਨਲ ਤੋਂ ਮਾੜੇ ਕ੍ਰਿਮੀਨਲ ਨੂੰ ਪਤਾ ਹੁੰਦਾ ਕਿ ਜਿਹੜਾ ਅਸੀਂ ਹਥਿਆਰ ਵਰਤ ਲਿਆ ਨਾ, ਇਹਨੂੰ ਡਿਸਪੋਜ਼ ਆਫ ਕਰਨਾ ਹੈ ਤਾਂ ਕਿ ਕੋਈ ਸਬੂਤ ਨਾ ਬਚੇ। ਹਾਂ, ਤਾਂ ਕੋਈ ਸਬੂਤ ਨਾ ਬਚੇ। ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਇਹਨਾਂ ਦਿਨਾਂ ਉਹ ਨਾਲ ਲੈ ਕੇ ਤੁਰੇ ਫਿਰਦੇ ਸੀ ਬਈ ਇਹ ਹਥਿਆਰ ਚਲਾਉਣੇ ਜਦੋਂ ਸਾਡੇ ਤੇ ਹਮਲਾ ਹੋ ਗਿਆ। ਸਹੀ ਗੱਲ ਹੈ। ਸਟੋਰੀ ਬਣਾਉਣੀ ਬਹੁਤ ਚੰਗੀ ਹੈ, ਤੇ ਸਟੋਰੀ ਦੇ ਉੱਤੇ ਪਤਾ ਨਹੀਂ ਕਿਸ ਹਿਸਾਬ ਦੇ ਨਾਲ ਕੰਮ ਕਰ ਲੈਂਦੇ ਆ। ਬੇਸਿਕ ਗੱਲ ਹੈ, ਇਹਨੂੰ ਆਪਾਂ ਇੱਕ ਹੋਰ ਐਂਗਲ ਤੋਂ ਦੇਖਦੇ ਹਾਂ। ਜੋ ਤੁਸੀਂ ਹਿਊਮਨ ਸਾਈਕੋਲੋਜੀ ਦੀ ਗੱਲ ਕਰਦੇ ਪਏ ਹੋ, ਮੰਨ ਲਓ ਤੁਸੀਂ ਇੱਕ ਕਿਸ਼ਤੀ 'ਚ ਬੈਠੇ ਹੋ, ਤੁਸੀਂ ਇੱਕ ਨਦੀ ਪਾਰ ਕੀਤੀ, ਤੁਸੀਂ ਕੰਢੇ ਤੇ ਪਹੁੰਚ ਗਏ ਜੀ। ਹੁਣ ਤੁਸੀਂ ਕਿਸ਼ਤੀ ਨੂੰ ਛੱਡ ਦਿਓਗੇ, ਤੁਸੀਂ ਆਪਣੇ ਕੰਮ ਕਰੋਗੇ, ਕਿਸ਼ਤੀ ਨੂੰ ਮੋਢੇ ਤੇ ਲੱਦ ਕੇ ਤੁਸੀਂ ਨਹੀਂ ਜਾਓਗੇ ਕਿਤੇ ਵੀ, ਵਾਕਈ ਕਿ ਇਹ ਮੇਰੀ ਕਿਸ਼ਤੀ ਸੀ, ਇਸ 'ਚ ਮੈਂ ਬਹਿ ਕੇ ਆਇਆ। ਉਸੇ ਤਰ੍ਹਾਂ ਜਿਹੜੇ ਹਥਿਆਰ ਤੁਸੀਂ ਇਸਤੇਮਾਲ ਕਰ ਲਏ, ਉਹਨੂੰ ਤੁਸੀਂ ਡਿਸਪੋਜ਼ ਕਰੋਗੇ, ਨਾ ਕਿ ਤੁਸੀਂ ਉਹਨੂੰ ਨਾਲ ਚੁੱਕ ਕੇ ਤੁਰੇ ਫਿਰੋਗੇ ਕਿ ਉਸ ਇੱਕ ਸਬੂਤ ਤੁਸੀਂ ਨਾਲ ਕਿ ਮੈਂ ਫਸਾਂ ਉਹਦੇ ਨਾਲ,
ਇਸ ਕਰਕੇ ਮੈਂ ਤੁਸੀਂ ਉਹੀ ਸਬੂਤ ਗੱਲ ਨਾਲ ਕਹਿ ਰਿਹਾ ਰੱਖਦੇ ਵੀ ਹੋ। ਕਿਵੇਂ ਹਾਸੋਹੀਣੀਆਂ ਜਿਹੀਆਂ ਗੱਲਾਂ ਨੇ। ਇੱਕ ਆਪਾਂ ਇੱਕ ਵਾਰ ਤੇ ਕਹਿੰਦੇ ਆ ਕਿ ਉਹ ਵਰਲਡ ਰਨਾਊਂਡ ਕ੍ਰਿਮੀਨਲ ਉਹਨਾਂ ਨੂੰ ਜਲਾਉਂਦਾ ਸੀਗਾ, ਨੈਚੁਰਲੀ, ਔਰ ਇਹ ਉਹਨਾਂ ਦਾ ਪਹਿਲਾ ਕੇਸ ਵੀ ਨਹੀਂ ਸੀਗਾ ਵੀ ਜਿਹਦੇ ਵਿੱਚ ਉਹ ਇੰਨੇ ਕਹਿ ਲਿਆ ਕਿ ਬੜੇ ਸੌਖੇ ਹੱਥੀ ਕੰਮ ਕਰ ਲੈਣ, ਤੇ ਕਿਉਂਕਿ ਪਤਾ ਨਹੀਂ। ਕ੍ਰਿਮੀਨੋਲੋਜੀ ਆਹੀ ਕਹਿੰਦੀ ਹੈ ਕਿ ਜਿਹੜੇ ਕ੍ਰਾਈਮ ਕਰਦੇ ਨੇ ਉਹਨਾਂ ਦੀ ਜ਼ਿਆਦਾ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਬੂਤ ਨਸ਼ਟ ਕਰ ਦਿਓ, ਸਬੂਤ ਨਾ ਰਹਿ ਜਾਣ, ਸਬੂਤ ਨਾ ਰਹੇ। ਤਾਂ ਕਿ ਕਿਸੇ ਨੂੰ ਸੂਹ ਨਾ ਹੁਣ ਲੱਗੇ। ਆਪਾਂ ਗੱਲ ਹੋਣੇ ਆ ਦੇ ਉੱਤੇ ਹੈਪੀ ਤੇ ਹੋ ਰਹੇ ਆ। ਹੈਪੀ ਤੇ ਹੋਣੇ ਆ। ਹੈਪੀ ਨੂੰ 2 ਦਿਨ ਹੋ ਗਏ, ਕਿਉਂ ਨਹੀਂ ਹਲੇ ਤੱਕ ਰਿਪੋਰਟ ਆਈ? ਮੈਜਿਸਟ੍ਰੇਟ ਦੇ ਸਾਹਮਣੇ ਕਿਉਂ ਨਹੀਂ ਪੇਸ਼ ਕੀਤਾ ਕਿ ਵਾਕਈ ਉਹਦਾ ਸੁਸਾਈਡ ਐਨਕਾਊਂਟਰ ਕਰਤਾ ਹੋ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਸਵਾਲ ਹੈ। ਹਾਲਾਂਕਿ ਇਹ ਵੀ ਖਬਰ ਦੀ ਹਲੇ ਪੁਸ਼ਟੀ ਨਹੀਂ ਹੋਈ ਹੈਗੀ ਕਿ ਇਹਨੂੰ ਫੜ ਲਿਆ ਕਿ ਨਹੀਂ ਫੜਿਆ। ਵੈਸੇ ਅੱਜ ਕੱਲ੍ਹ ਸਾਰੀਆਂ ਨਿਊਜ਼ ਨੇ ਫਲੈਸ਼ ਕਰ ਦਿੱਤਾ ਇਸ ਨੂੰ। ਦੇਖੋ ਗੱਲ ਇਹੀ ਹੈ, ਹੁਣ ਇੱਥੇ ਇਹ ਵੀ ਗੱਲ ਆ ਸਕਦੀ ਹੈ ਏਜੰਸੀਜ਼ ਵੱਲੋਂ ਕਿ ਹੋ ਸਕਦਾ ਹੈ ਇੱਕ ਗਲਤ ਰਿਪੋਰਟਿੰਗ ਹੋਈ ਹੋਵੇ ਮੀਡੀਆ ਦੇ ਵਿੱਚ, ਗਲਤ ਰਿਪੋਰਟਿੰਗ ਕਰਕੇ ਇਸ ਨੂੰ ਹਾਈਲਾਈਟ ਕੀਤਾ ਜਾ ਰਿਹਾ, ਇੱਕ ਪਰ ਹੋਰ ਜਦੋਂ ਆਪਾਂ ਗੱਲ ਕਰਦੇ ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਵਿੰਦਰ ਬੰਬੀਹਾ ਗਰੁੱਪ ਤੋਂ ਆਇਆ ਆ, ਇਹਦਾ ਮਤਲਬ ਵਾਕਈ ਚੱਕਿਆ ਗਿਆ, ਉਹਨਾਂ ਦੇ ਅਫੀਸ਼ੀਅਲ ਪੇਜ ਦੇ ਉੱਤੇ ਪਿਆ ਆ। ਪੁਲਿਸ ਨੇ ਚੱਕਿਆ ਤਾਂ ਹੈ, ਫੜਿਆ ਤਾਂ ਹੈ, ਗ੍ਰਿਫਤਾਰ ਤੇ ਕੀਤਾ ਹੈ, ਕਿਉਂਕਿ ਅਫੀਸ਼ੀਅਲ ਅਨਾਉਂਸਮੈਂਟ ਹੈ। ਹੋ ਸਕਦਾ ਕਿ ਉਹਨਾਂ ਨੇ ਚੁੱਕਿਆ ਹੋਵੇ, ਅਫੀਸ਼ੀਅਲ ਅਨਾਉਂਸਮੈਂਟ ਹੋਵੇ, ਬਟ ਇਹ ਹੈ ਕਿ ਉਸ ਗਰੁੱਪ ਦੀ ਅਫੀਸ਼ੀਅਲ ਅਨਾਉਂਸਮੈਂਟ ਹੈ, ਉਹਨਾਂ ਦੇ ਅਫੀਸ਼ੀਅਲ ਪੇਜ ਦੇ ਉੱਤੇ ਹੈ। ਪੁਲਿਸ ਵੱਲੋਂ ਹਜੇ ਕੋਈ ਵੀ ਡੈਕਲੇਰੇਸ਼ਨ ਨਹੀਂ ਹੈ। ਸੋ ਇਹੀ ਤਾਂ ਗੱਲ ਹੈ, ਤਾਲਮੇਲ, ਕਿਉਂਕਿ ਸਾਨੂੰ ਤੇ ਤੁਹਾਨੂੰ ਆਪਾਂ ਨੂੰ ਸਿਰਫ ਇੰਨਾ ਹੀ ਪਤਾ ਜਿੰਨਾ ਕਿ ਆਪਾਂ ਨੂੰ ਰਿਪੋਰਟਿੰਗ ਮਿਲਦੀ ਆ, ਅੰਦਰ ਦੀ ਗੱਲ ਨਹੀਂ ਪਤਾ। ਉਹ ਕਹਿਣਗੇ, ਏਜੰਸੀਜ਼ ਕਹਿਣਗੀਆਂ ਕਿ ਉਹਨਾਂ ਨੇ ਗਲਤ ਪਾਇਆ ਹੈ, ਮਿਸਗਾਈਡ ਕਰਨ ਵਾਸਤੇ ਪਾਇਆ ਹੈ, ਸਿੰਪੈਥੀ ਗੇਨ ਕਰਨ ਵਾਸਤੇ ਪਾਇਆ ਹੈ, ਕਿ ਹਿਊਮਨ ਰਾਈਟਸ ਦੀ ਗੱਲ ਕਰੋ ਸੌਫਟ ਕਾਰਨਰ ਵਾਸਤੇ ਪਾਇਆ, ਉਹ ਆਪਣੀ ਦਲੀਲ ਦੇਣਗੇ। ਸੋ ਸਥਿਤੀ ਕੁਝ ਵੀ ਨਹੀਂ ਪਤਾ ਲੱਗੇਗੀ, ਸਾਰਾ ਕੁਝ ਕਨਫਿਊਜ਼ਿੰਗ ਹੈ ਇਸ ਵਕਤ। ਸੋ ਅੱਗੇ ਵਧਦੇ ਹਾਂ ਆਪਾਂ। ਇੱਕ ਹੋਰ ਭੁੱਲਰ ਸਾਹਿਬ, ਲਾਲਜੀਤ ਭੁੱਲਰ, ਜੋ ਸਾਡੇ ਟਰਾਂਸਪੋਰਟ ਮਿਨਿਸਟਰ ਨੇ, ਉਹਨਾਂ ਬਾਰੇ ਗੱਲ ਆ ਰਹੀ ਹੈ ਕਿ ਜਦੋਂ ਕਿਸਾਨ ਅੰਦੋਲਨ ਦੇ ਦੌਰਾਨ ਟਰੈਕਟਰ ਮਾਰਚ ਹੋਇਆ ਸੀ, ਉਦੋਂ ਲਾਲ ਕਿਲ੍ਹੇ ਦੇ ਉੱਤੇ ਝੰਡਾ ਝੁਲਾਇਆ ਗਿਆ, ਫਿਰ ਇੱਕ ਧਾਰਮਿਕ ਪ੍ਰਤੀਕ ਨੂੰ ਵੀ ਝੁਲਾਇਆ ਗਿਆ। ਤਾਂ ਉਸ ਵਕਤ ਗੱਲ ਹੋਈ ਕਿ ਲਾਲਜੀਤ ਭੁੱਲਰ ਸ਼ਾਇਦ ਉੱਥੇ ਕਿਤੇ ਪ੍ਰੈਜ਼ੈਂਟ ਸੀਗੇ, ਉੱਥੇ ਕਿਤੇ ਮੌਜੂਦ ਸੀਗੇ। ਅੱਛਾ, ਤੁਸੀਂ ਇਹ ਗੱਲ ਗੋਲ-ਮੋਲ ਕਾਹਤੋਂ ਕਰਦੇ ਹੁੰਦੇ ਆ? ਧਾਰਮਿਕ ਪ੍ਰਤੀਕ ਨੂੰ ਕੇਸਰੀ ਝੰਡਾ ਕਿਉਂ ਨਹੀਂ ਕਹਿੰਦੇ? ਕੇਸਰੀ ਝੰਡਾ ਮੈਂ ਇਸ ਕਰਕੇ ਕਹਿ ਰਿਹਾ ਕਿ ਉਸ ਨੂੰ ਜੋ ਪ੍ਰੋਮੀਨੈਂਟ ਕੀਤਾ ਗਿਆ ਉਸ ਵਕਤ ਨਿਊਜ਼ ਦੇ ਵਿੱਚ, ਉਹਨੂੰ ਧਾਰਮਿਕ ਪ੍ਰਤੀਕ ਇਸ ਨੂੰ ਬਾਰ-ਬਾਰ ਅੰਡਰਲਾਈਨ ਕੀਤਾ ਗਿਆ। ਦੇਖੋ, ਤੁਸੀਂ ਜਰਨਲਿਸਟ ਆ, ਤੁਹਾਡਾ ਫਰਜ਼ ਹੈ ਵੀ ਕੇਸਰੀ ਝੰਡਾ ਕਹੋ। ਕੇਸਰੀ ਝੰਡਾ ਤਾਂ ਹੈ ਹੀ ਹੈ, ਸਭ ਨੂੰ ਹੀ ਪਤਾ ਸੀ, ਲੇਕਿਨ ਉਹ ਇਸ ਵਕਤ ਮਾਹੌਲ ਸੈਂਸਿਟਿਵ ਹੈ ਨਾ, तो ਕਿਉਂਕਿ ਖਾਲਿਸਤਾਨ ਪੱਖੀ ਨਾਰੇ ਇਹ ਵੀ ਚੀਜ਼ਾਂ ਮਿਲਦੀਆਂ ਨੇ। ਪਟਿਆਲਾ ਦੇ ਵਿੱਚ ਜੋ ਹੋਇਆ, ਸੰਜੀਵ ਜੀ, ਚਲੋ ਠੀਕ ਆ, ਜੋ ਹੋਇਆ ਸੋ ਹੋਇਆ, ਪਰ ਇਹ ਜਿਹੜੀ ਘਟਨਾ 26 ਜਨਵਰੀ ਵਾਲੀ, ਬਹੁਤ ਕੁਝ ਇਹਦੇ ਤੇ ਮਤਲਬ ਆਪਾਂ ਕਹਿ ਲਈਏ ਕਿ ਇਹਦੇ ਪਿੱਛੇ ਅੱਗੇ ਸਭ ਕੁਝ ਦੇਖਣ ਵਾਲੀ ਗੱਲ ਸੀਗੀ, ਕਿਉਂਕਿ ਆਪਾਂ ਨੂੰ ਕਾਫੀ ਕੁਝ ਫਿਲਟਰ ਕਰਕੇ ਡਾਇਲੂਟ ਕਰਕੇ ਕਈ ਵਾਰ ਗੱਲ ਕਰਨੀ ਪੈਂਦੀ ਹੈ। ਵਾਕਈ ਨਵੀਂ ਜਿਹੜੀ ਡਿਵੈਲਪਮੈਂਟ ਹੈ ਉਹਦੇ ਵਿੱਚ ਇਹ ਉਹੀ ਡਿਵੈਲਪਮੈਂਟ ਆ ਕਿ ਲਾਲਜੀਤ ਭੁੱਲਰ ਜਿਹੜੀ ਉਹ ਦੀਪ ਸਿੱਧੂ ਵਾਲੀ ਵੀਡੀਓ ਆ ਉਹ ਵਾਇਰਲ ਕੀਤੀ ਜਾ ਰਹੀ ਆ। ਇਹ ਦੁਬਾਰਾ ਤੋਂ ਸੁਖਪਾਲ ਖਹਿਰਾ ਹੁਣੀ ਆ ਗਏ ਨੇ ਬਿਲਕੁਲ ਸਹੀ ਇਮੇਜ ਦੇ ਵਿੱਚ। ਸੁਖਪਾਲ ਖਹਿਰਾ ਉਹਨਾਂ ਨੇ ਟਵੀਟ ਕਰਕੇ ਕਿਹਾ ਵੀ ਆਹ ਦੇਖ ਲਓ ਵੀਡੀਓ, ਜੇ ਇਹ ਨੇ, ਜੇ ਵਾਕਈ ਇਹ ਨੇ, ਹਾਲੇ ਕੋਈ ਪੁਸ਼ਟੀ ਨਹੀਂ ਹੋਈ ਵੀ ਇਹ ਆ, ਕੋਈ ਪੁਸ਼ਟੀ ਨਹੀਂ, ਜੇ ਇਹ ਨੇ ਤਾਂ ਫਿਰ ਕਹਿੰਦੇ ਜੀ ਇਹ ਕੈਬਨਿਟ ਮਿਨਿਸਟਰੀ 'ਚ ਕੀ ਕਰਦੇ ਨੇ। ਹਾਲਾਂਕਿ ਆਪਾਂ ਉਹ ਕਹਿ ਦਿੰਦੇ ਕਿ ਪੁਸ਼ਟੀ ਕੋਈ ਨਹੀਂ ਇਹਦੀ ਵੀ ਉਹੀ ਨੇ। ਕਈ ਵਾਰ ਦੋ ਜਣਿਆਂ ਦੀ ਦੇਖੇ ਇੱਕੋ ਜਿਹੀ ਹੁੰਦੀ ਹੈ। ਜਿਵੇਂ ਆਪਾਂ ਗੋਲਡੀ ਬਰਾੜ ਦੀ ਗੱਲ ਕਰਦੇ ਤੇ ਸਿੱਧੂ ਮੂਸੇਵਾਲੇ ਦੇ ਜਿਹੜੇ ਦੋਸਤ ਪਿੰਡ 'ਚ ਰਹਿੰਦੇ ਨੇ, ਕੋਈ ਉਹਦੀ ਗੱਲ ਉਹਨਾਂ ਨੂੰ ਧਮਕੀ ਆਉਣ ਲੱਗ ਪਈ ਆ। ਫਿਲਹਾਲ ਚਲੋ ਇਹ ਗੱਲ ਵੱਖਰੀ ਆ, ਪਰ ਮੈਂ ਸੁਖਪਾਲ ਖਹਿਰਾ ਹੋਣਾ ਦੀ ਚਲੋ ਆਪਾਂ ਮਨ ਲੱਗਿਆ ਵੀ ਗੱਲ ਕਰ ਲੈਣੀ ਚਾਹੀਦੀ ਵੀ ਅਗਲੇ ਕਹਿੰਦੇ ਆ, ਪਰ ਜੇ ਕਹਿਣਗੇ ਤਾਂ ਫਿਰ ਮੈਨੂੰ ਲੱਗਦਾ ਮੁਸ਼ਕਲਾਂ ਵੱਧ ਸਕਦੀਆਂ ਨੇ ਲਾਲਜੀਤ ਭੁੱਲਰ ਦੀਆਂ। ਜੇ ਵਾਕਈ ਉਹੀ ਨੇ ਤਾਂ ਫਿਰ ਤਾਂ ਦੇਖੋ ਹੁਣ ਕੀ ਪੋਲੀਟੀਕਲ ਐਂਗਲ ਬਣੇਗਾ, ਪਰ ਇਹ ਦਿਲਚਸਪ ਬਣੇਗਾ ਜੋ ਵੀ ਐਂਗਲ ਬਣੇਗਾ, ਕਿਉਂਕਿ ਖਹਿਰਾ ਸਾਹਿਬ ਵੀ ਨਹੀਂ ਛੱਡਣ ਵਾਲੇ ਤੇ ਭੁੱਲਰ ਸਾਹਿਬ ਕਿੱਥੋਂ ਬਚ ਕੇ ਨਿਕਲ ਸਕਦੇ ਨੇ, ਉਹ ਵੀ ਪੂਰੀ ਕੋਸ਼ਿਸ਼ ਕਰਨਗੇ, ਕਿਉਂਕਿ ਇਸ ਵਕਤ ਮਿਨਿਸਟਰੀ 'ਚ ਬੈਠੇ ਹੋਏ, ਮਿਨਿਸਟਰੀ 'ਚ ਨੇ, ਇਸ ਕਰਕੇ ਉਹ ਵੀ ਚੀਜ਼ ਬਣਾਉਣੀ ਪਏਗੀ। ਸੋ ਮਤਲਬ ਸਾਡਾ ਮਕਸਦ ਇਹੀ ਹੁੰਦਾ ਕਿ ਹਰ ਚੀਜ਼ ਨੂੰ ਉਸ ਤਰ੍ਹਾਂ ਪ੍ਰੈਜ਼ੈਂਟ ਕਰੋ ਤਾਂ ਕਿ ਮਾਹੌਲ ਸੁਖਾਵਾਂ ਬਣਿਆ ਰਹੇ। ਪੰਜਾਬ ਨੇ ਬਹੁਤ ਕੁਝ ਭੁਗਤਿਆ ਤੇ ਹੁਣ ਵੀ ਉਹ ਚੀਜ਼ਾਂ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਈਟ ਫਰੋਮ ਪਟਿਆਲਾ ਇੰਸੀਡੈਂਟ, ਅਸੀਂ ਦੇਖੋ ਥਾਂ ਦੇ ਉੱਤੇ ਕੀ ਹੁੰਦਾ ਪਿਆ। ਸੋ ਉਸ ਚੀਜ਼ ਨੂੰ ਅਸੀਂ ਧਿਆਨ 'ਚ ਰੱਖਦੇ ਹੋਏ ਹਰ ਚੀਜ਼ ਨੂੰ ਮਤਲਬ ਕੈਲਕੂਲੇਟਿਵ ਵੇ ਨਾਲ ਚੱਲਦੇ ਹਾਂ ਤਾਂ ਕਿ ਮਾਹੌਲ ਸੁਖਾਵਾਂ ਰਹੇ। ਪੰਜਾਬ ਨੂੰ ਮੁੜ ਤੋਂ ਉਸ ਪ੍ਰੋਸੈਸ 'ਚੋਂ ਨਾ ਨਿਕਲਣਾ ਪਵੇ। ਬੜਾ ਮਾੜਾ ਪ੍ਰੋਸੈਸ ਰਿਹਾ, ਨੌਜਵਾਨੀ ਦਾ ਘਾਣ ਹੋਇਆ, ਭਾਈਚਾਰੇ ਦਾ ਘਾਣ ਹੋਇਆ, ਪਤਾ ਨਹੀਂ ਕੀ ਹੋਇਆ, ਉਹਦਾ ਕੁਛ ਤੇ ਬਿਆਨ ਵੀ ਨਹੀਂ ਕੀਤਾ ਜਾ ਸਕਦਾ, ਸ਼ਬਦ ਵੀ ਨਹੀਂ ਹੈਗੇ, ਔਰ ਅਜੇ ਤੱਕ ਵੀ ਇਨਸਾਫ ਨਹੀਂ ਮਿਲਿਆ। ਔਰ ਕਿੱਥੇ ਤੱਕ, ਦਿੱਲੀ ਤੱਕ ਇਹ ਪਹੁੰਚਿਆ, ਦਿੱਲੀ ਦੇ ਵਿੱਚ ਕਤਲੇਆਮ ਤੱਕ ਹੋਇਆ, ਐਂਟੀ ਸਿੱਖ ਰਾਈਟਸ ਤੱਕ ਹੋਏ, ਕਿੱਥੇ ਤੱਕ ਗੱਲ ਪਹੁੰਚੀ ਹੈ। ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣ ਲਈ ਆਪਾਂ ਥੋੜ੍ਹਾ ਡਾਇਲਿਊਟ ਹੋ ਕੇ ਸੌਫਟ ਹੋ ਕੇ ਤੁਰਦੇ ਹਾਂ। ਸੋ ਅਗਲੀ ਗੱਲ 'ਤੇ ਆਉਂਦੇ ਹਾਂ ਕਿ ਆਪਾਂ ਹਰਜੋਤ ਬੈਂਸ, ਜਿਨ੍ਹਾਂ ਕੋਲ ਮਿਨਿਸਟਰੀਜ਼ ਆ, ਮਾਈਨਿੰਗ ਦੀ ਹੈ, ਐਜੂਕੇਸ਼ਨ ਦੀ ਹੈ, ਜੇਲ੍ਹ ਮਿਨਿਸਟਰੀ ਵੀ ਹੈ, ਸੋ ਕਹਿੰਦੇ ਸਸਪੈਂਡ ਕੀਤਾ ਕਿਸੇ ਨੂੰ
कुछ ऐसा एक्शन लेता है किसी ਨਹੀਂ एक्शन ਇਹ के ਤੁਸੀਂ खिलाफ? ਦੱਸੋਗੇ ਕਿ ਇਹਨੂੰ ਸਸਪੈਂਡ ਕੀਤਾ ਕੀ ਕੀਤਾ ਤੁਸੀਂ ਨਾ ਆਪ ਸੇਫ ਪਲੇ ਖੇਡ ਜਾਂਦੇ ਮੇਰੇ ਤੇ ਪਾ ਦਿੰਦੇ ਸਾਰੀ ਗੱਲ ਤੇ ਰੋਪੜ ਦੇ ਹੈਗੇ ਨੇ ਕੋਈ ਐਕਸ਼ਨ ਹੈਗੇ ਨੇ ਜੀ। ਉਹਨਾਂ ਨੂੰ ਇਸੇ ਮਾਮਲੇ ਦੇ ਵਿੱਚ ਹੀ ਉਹਨਾਂ ਨੇ ਅੱਛਾ ਜਿੱਦਣ ਦੇ ਹਰਜੋਤ ਬੈਂਸ ਨੇ ਸਹੁੰ ਚੁੱਕੀ ਸੀ ਉਸ ਤੋਂ ਬਾਅਦ ਉਹਨਾਂ ਨੇ ਮੰਤਰੀ ਪਦ ਸੰਭਾਲਿਆ ਆਪਣਾ ਤੇ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਦਿਖਣ ਲੱਗ ਪਊਗਾ ਬਿਲਕੁਲ ਦਿਖਦਾ ਮੈਂ ਨਹੀਂ ਕੁਝ ਕਹੂਗਾ ਯੈਸ ਪਰ ਦਿਖਿਆ ਹੈ ਨਹੀਂ। ਹੂੰ ਬੜੀਆਂ ਥਾਵਾਂ ਦੇ ਉੱਤੇ ਕੋਈ ਜਾ ਕੇ ਕਹਿੰਦਾ ਰਿਹਾ ਵੀ ਫਲਾਣੇ ਥਾਂ ਹੁੰਦੀ ਹੈ ਜੀ ਫਲਾਣੇ ਥਾਂ ਹੁੰਦੀ ਹੈ ਪਰ ਅੱਜ ਉਹਨਾਂ ਨੇ ਰੋਪੜ ਦਾ ਐਕਸੀਅਨ ਜਿਹੜਾ ਆ ਇੰਜੀਨੀਅਰਿੰਗ ਐਕਟ ਜਿਹੜਾ ਆ ਐਕਸੀਅਨ ਮਾਈਨਿੰਗ ਦਾ ਜਿਹੜਾ ਸੀਗਾ ਹਾਲਾਂਕਿ ਡਿਪੂਟੇਟ ਤੇ ਸੀਗਾ ਉਹਨੂੰ ਸਸਪੈਂਡ ਕਰ ਦਿੱਤਾ ਕਹਿੰਦੇ ਜੀ ਵੀ ਕੁਛ ਤਾਂ ਧਾਂਦਲੀ ਹੈਗੀ ਆ। ਹਾਲੇ ਡਿਟੇਲ ਰਿਪੋਰਟ ਨਹੀਂ ਆਈ ਹੈਗੀ ਪਰ ਜੇ ਚਲੋ ਇਦਾਂ ਕੰਮ ਹੋਇਆ ਇਦਾਂ ਹਾਲੇ ਪਠਾਨਕੋਟ ਰਹਿੰਦਾ ਦੇਖਣ ਵਾਲਾ ਇਹ ਫਿਰੋਜ਼ਪੁਰ ਫਰੀਦਕੋਟ ਵਾਲੀਆਂ ਗੱਲਾਂ ਜਿਹੜੀਆਂ ਹੁੰਦੀਆਂ ਸੀਗੀਆਂ ਅਨੰਦਪੁਰ ਸਾਹਿਬ ਵਾਲੀਆਂ ਗੱਲਾਂ ਹੁੰਦੀਆਂ ਸੀਗੀਆਂ ਉਹ ਸਾਰਾ ਚੀਜ਼ਾਂ ਦੇਖਣ ਦੀ ਲੋੜ ਹੈ ਹਾਂਜੀ ਬਿਲਕੁਲ ਕਿਉਂਕਿ ਇਹ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਨਾ ਇਹਨਾਂ ਨੇ ਕਿਹਾ ਸੀ ਅਸੀਂ ਮਾਈਨਿੰਗ ਨੂੰ ਹੱਥ ਪਾ ਲਾਂਗੇ ਔਰ ਬਹੁਤ ਸਾਰਾ ਪੈਸਾ ਕਮਾ ਕੇ ਖਜ਼ਾਨੇ 'ਚ ਲੈ ਕੇ ਖਜ਼ਾਨਾ ਭਰਪੂਰ ਕਰ ਦੇਵਾਂਗੇ ਤੇ ਪਤਾ ਨਹੀਂ 20,000 ਕਰੋੜ ਦੀ ਅਮਾਉਂਟ ਦੱਸੀ ਸੀਗੀ। ਜਦੋਂ ਇਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਔਰਤਾਂ ਨੂੰ ਵਾਅਦਾ ਤਾਂ ਕਰੀ ਜਾਂਦੇ ਆ ਭਾਈ ਦੇਣੇ ਕਿੱਥੋਂ ਆ ਤੇ ਫਿਰ ਤੁਹਾਨੂੰ ਪਤਾ ਕੇਜਰੀਵਾਲ ਸਾਹਿਬ ਜਿਹਦਾ ਸਟੇਜ ਤੇ ਪੋਲਾ ਜਿਹਾ ਬੋਲਦੇ ਹੁੰਦੇ ਆ जब भी मैं कोई वादा करता हूँ तो मेरे पास हिसाब होता है तो हिसाब उन्हें दसिया ਸੀ ਵੀ ਜਿਹੜਾ ਟੈਕਸ ਚੋਰੀ ਹੁੰਦਾ ਉਹ ਇੰਨਾ ਆ ਜੀ ਮਾਈਨਿੰਗ ਚੋਂ ਮੈਂ ਇੰਨਾ ਲੈ ਆਉਣਾ ਆ ਬਾਕੀ ਲਿਕਰ ਤੋਂ ਕਹਿੰਦਾ ਮੈਂ ਇੰਨਾ ਲੈ ਆਉਣਾ ਆ ਹੁਣ 6-7 ਮਹੀਨੇ ਤੇ ਹੋ ਗਏ ਹਲੇ ਤੱਕ ਆਇਆ ਕੁੱਖ ਨਹੀਂ ਆ। ਇਹ ਕਹਿੰਦੇ ਨਾ ਵੀ ਕਰੋ ਤਾਂ ਜਾਣੋ ਬੂਝੋ ਤਾਂ ਜਾਣੋ ਹੁਣ ਇਹ ਕਰਨਗੇ ਤਾਂ ਪਤਾ ਲੱਗੂਗਾ ਪਰ ਫਿਲਹਾਲ ਚਲੋ ਹਰਜੋਤ ਬੈਂਸ ਹੁਣਾਂ ਨੇ ਜੋ ਕੀਤਾ ਉਹ ਠੀਕ ਆ ਕਿਉਂਕਿ ਹਰਜੋਤ ਬੈਂਸ ਨੂੰ ਯੰਗੈਸਟ ਬ੍ਰਿਗੇਡ ਮੰਨਿਆ ਜਾਂਦਾ ਜੀ ਬ੍ਰਿਗੇਡ ਦੇ ਵਿੱਚ ਯੰਗੈਸਟ ਬੰਦਾ ਹੈ ਹਰਜੋਤ ਔਰ ਹਰਜੋਤ ਤੋਂ ਬੜੀਆਂ ਸਾਰੀਆਂ ਉਮੀਦਾਂ ਵੀ ਸੀਗੀਆਂ ਪਰ ਚਲੋ ਜਿਹੜੀਆਂ ਹਲੇ ਸਲੋ ਪੇਸ ਤੇ ਚੱਲਣ ਰਹੀਆਂ ਨੇ ਹਜੇ ਟੀਮ ਦਾ ਬਾਕੀ ਦਾ ਰੁਖ ਕੀ ਹੈ ਕਿਉਂਕਿ ਟੀਮ ਨੂੰ ਇਜਾਜ਼ਤ ਵੀ ਤਾਂ ਲੈਣੀ ਪੈਂਦੀ ਹੈ ਨਾ ਕਿਤੋਂ ਨਾ ਕਿਤੋਂ ਅਸੀਂ ਸਾਰੇ ਸਮਝਦੇ ਜਿੱਥੋਂ ਇਜਾਜ਼ਤ ਲੈਣੀ ਪੈਂਦੀ ਹੈ ਸੋ ਇਜਾਜ਼ਤ ਕਿੰਨੀ ਕੁ ਮਿਲਦੀ ਹੈ ਪਰ ਈਵੈਂਟ ਕ੍ਰੀਏਟ ਹੋਇਆ ਕਿ ਨਹੀਂ ਹੋਇਆ ਇਹ ਵੀ ਕੈਲਕੂਲੇਸ਼ਨਸ ਚੱਲਦੀਆਂ ਹੋਣਗੀਆਂ ਕਿਉਂਕਿ ਆਮ ਆਦਮੀ ਪਾਰਟੀ ਨੂੰ ਈਵੈਂਟ ਕ੍ਰੀਏਟ ਕਰਨਾ ਬਹੁਤ ਵਧੀਆ ਲੱਗਦਾ ਹੈ। ਤੁਸੀਂ ਉਦੋਂ ਵੀ ਕਹਿੰਦੇ ਸੀ ਵੀ ਈਵੈਂਟ ਬਹੁਤ ਕ੍ਰੀਏਟ ਕਰਦੀ ਆ ਪਰ ਮੈਂ ਚਲੋ ਇਸ ਗੱਲ ਨਾਲ ਤਵੱਕੋ ਨਹੀਂ ਰੱਖਦਾ ਮੈਨੂੰ ਲੱਗਦਾ ਹਰ ਪਾਰਟੀ ਇਦਾਂ ਹੀ ਆ ਹਰ ਪਾਰਟੀ ਇਦਾਂ ਹੀ ਆ ਔਰ ਇਹ ਇੰਡੀਅਨ ਲੈਵਲ ਦੇ ਉੱਤੇ ਨਹੀਂ ਹੈਗਾ ਵਰਲਡ ਵਾਈਡ ਆ ਹਰ ਗੱਲ ਦਾ ਇਵੈਂਟ ਬਣਾ ਦਿੱਤਾ ਜਾਵੇ ਤਾਂ ਕਿ ਪੋਲੀਟੀਕਲ ਮਾਈਲੇਜ ਮਿਲ ਸਕੇ ਪਰ ਇੱਥੇ ਹੁਣ ਗੱਲ ਇਹ ਆਉਂਦੀ ਹੈ ਕਿ ਵਾਕਈ ਉਹ ਐਕਸ਼ਨ ਸਾਹਿਬ ਦੋਸ਼ੀ ਨੇ ਕਿਉਂਕਿ ਫਿਰ ਇਨਕੁਆਇਰੀ ਹੋਏਗੀ ਨਹੀਂ ਦੇਖੋ ਦੋਸ਼ੀ ਤਾਂ ਚਲੋ ਇਹ ਤਾਂ ਇਨਕੁਆਇਰੀ ਤੇ ਹੁੰਦਾ ਡਿਟੇਲ ਇਨਕੁਆਇਰੀ ਹਲੇ ਹੋਣੀ ਆ ਕਿਉਂਕਿ ਸਸਪੈਂਡ ਕਰ ਦਿੱਤੇ ਨੇ ਆਬਵੀਅਸ ਪੁਖਤਾ ਸਬੂਤਾਂ ਤੋਂ ਬਿਨਾਂ ਕਦੇ ਕੋਈ ਸਸਪੈਂਡ ਨਹੀਂ ਹੁੰਦਾ ਇਹ ਗੱਲ ਤੁਸੀਂ ਧਿਆਨ ਚ ਰੱਖੋ। ਹੋ ਸਕਦਾ ਹੈ ਪੁਖਤਾ ਸਬੂਤ ਮਿਲੇ ਹੋਣ ਔਰ ਕਿੰਨੇ ਕੁ ਜੋ ਲੋਕ ਨੇ ਇਨਵੋਲਵ ਨੇ ਇਹਦੇ ਵਿੱਚ ਉਹ ਹਜੇ ਸਾਹਮਣੇ ਆਉਣਾ ਕਿੰਨੇ ਕੁ ਜਾਣੇ ਸਸਪੈਂਡ ਹੋਣੇ ਨੇ ਜਾਂ ਫਿਰ ਇਹ ਐਕਸੀ ਸਾਹਿਬ ਵੀ ਬਹਾਲ ਹੋ ਜਾਣਗੇ ਟਾਈਮ ਦੇ ਨਾਲ ਇਹ ਵੀ ਦੇਖਣ ਨੂੰ ਮਿਲੇਗਾ। ਗੱਲ ਇਹ ਹੈ ਕਿ ਇਹ ਹਜੇ ਫਸਟ ਹੈਂਡ ਇਨਫੋਰਮੇਸ਼ਨ ਆ ਮਤਲਬ ਫਸਟ ਹੈਂਡ ਇਨਫੋਰਮੇਸ਼ਨ ਦਾ ਮਤਲਬ ਹੈ ਕਿ ਹਜੇ ਇਹ ਤਾਜ਼ੀ ਗੱਲ ਸਾਹਮਣੇ ਆਈ ਹੈ ਵਿਦਆਊਟ ਐਨੀ ਡਿਟੇਲ ਜਿਸ 'ਚ ਹਜੇ ਕੋਈ ਡੀਪ ਦੇ ਵਿੱਚ ਕੋਈ ਗੱਲ ਕੋਈ ਬਾਤ ਨਹੀਂ ਹੋਈ ਹੈ ਜੋ ਇੱਕ ਫਸਟ ਹੁੰਦਾ ਨਾ ਫਸਟ ਲੁੱਕ ਦੇ ਵਿੱਚ ਜੋ ਨਜ਼ਰ ਆਇਆ ਉਸ ਬੇਸ ਦੇ ਉੱਤੇ ਇਹ ਐਕਸ਼ਨ ਲੈ ਲਿੱਤਾ ਗਿਆ। ਨਾਓ ਵਾਟ ਨੈਕਸਟ ਇਹ ਡਿਵੈਲਪਮੈਂਟਸ ਹਜੇ ਹੋਣੀਆਂ ਬਾਕੀ ਨੇ ਤਾਂ ਜਾ ਕੇ ਭੇਤ ਖੁੱਲਣਗੇ ਕਿ ਵਾਕਈ ਸਸਪੈਂਸ਼ਨ ਠੀਕ ਸੀ ਹੋਰ ਕੌਣ ਇਨਵੋਲਵ ਹੈ ਕੀ ਹੋਣ ਜਾ ਰਿਹਾ ਤੇ ਕੀ ਨਹੀਂ ਹੋਣ ਜਾ ਰਿਹਾ। ਵੈਸੇ ਇੱਕ ਗੱਲ ਹੈ ਹਜੇ ਇੱਕ ਕੁਐਸਚਨ ਮਾਰਕ ਲੱਗਾ ਹੋਇਆ ਕਿ ਖਜ਼ਾਨੇ ਵੱਲ ਹਜੇ ਕੋਈ ਉਹ ਕਹਿੰਦੇ ਸੀ ਨਾ ਨੋਟ ਆਉਣਗੇ ਬਹੁਤ ਨੋਟ ਆਉਣਗੇ ਪਤਾ ਨਹੀਂ ਕਿੱਥੋਂ ਲੈ ਕੇ ਆਵਾਂਗੇ ਹਜੇ ਉਦਾਂ ਦਾ ਦ੍ਰਿਸ਼ ਸਾਡੇ ਸਾਹਮਣੇ ਨਹੀਂ ਆ ਰਿਹਾ। ਤੁਸੀਂ ਇੱਕ ਗੱਲ ਨੋਟ ਕਰਿਓ ਪਿੱਛੇ ਜਦੋਂ ਦੌਰੇ ਤੇ ਗਏ ਮਾਲਵਾ ਵਾਲੇ ਜਿੱਥੇ ਨੁਕਸਾਨੀ ਹੋਇਆ ਇੱਕ ਗੱਲ ਇਹਨਾਂ ਦੇ ਮੰਤਰੀ ਸਾਰੇ ਕਹੀ ਜਾਂਦੇ ਇਨਕਲੂਡਿੰਗ ਸੀਐਮ ਫੰਡ ਦੀ ਕਮੀ ਨਹੀਂ ਕਹਿੰਦੇ ਫੰਡ ਦੀ ਕਮੀ ਨਹੀਂ ਗਈ ਵੀ ਪਤਾ ਲੱਗੇ ਵੀ ਅਸੀਂ ਕਹਿੰਦੇ ਆ ਵੀ ਫੰਡ ਦੀ ਕਮੀ ਨਹੀਂ ਅਸੀਂ ਆਉਣ ਦਿੱਤੀ ਹਾਲਾਂਕਿ ਸਾਨੂੰ ਪਤਾ ਖਜ਼ਾਨੇ ਦਾ ਕੀ ਹਾਲ ਆ ਫਿਰ ਵੀ ਫੰਡ ਦੀ ਕਮੀ ਨਹੀਂ ਹੈਗੀ ਫੰਡ ਦੀ ਕਮੀ ਖਜ਼ਾਨਾ ਭਾਵੇਂ ਜੋ ਵੀ ਹਾਲ ਹੈ। ਉਧਰ ਆਪਾਂ ਸੰਜੀਵ ਜੀ ਜੇ ਫਗਵਾੜੇ ਵਾਲਾ ਰੋਡ ਦੇਖ ਲਈਏ ਉਹ ਹਾਈਵੇ ਜਿਹੜਾ ਉਹ ਜਾਮ ਪਿਆ ਹੋਇਆ ਅੱਜ ਮੀਂਹ ਕਰਕੇ ਵੀ ਉਹ ਡਕੇ ਰਹੇ ਆ ਸਾਰੇ ਉੱਥੇ ਤੇ ਹਜੇ ਤੱਕ ਸਰਕਾਰ ਵੱਲੋਂ ਕੋਈ ਚਿੱਠੀ ਨਹੀਂ ਸਲਾਹ ਨਹੀਂ ਆਈ। ਹਾਂ ਉਹ ਜਿਹੜੇ ਗੰਨੇ ਦੀਆਂ ਉੱਥੇ ਸ਼ੂਗਰ ਮਿਲਸ ਨੇ ਉਹਨਾਂ ਦੇ ਪੇਮੈਂਟਸ ਬਕਾਇਆ ਪਈਆਂ ਨੇ ਉਹਦਾ ਕੀ ਬਣੂਗਾ ਕਿਸਾਨਾਂ ਦਾ ਕੀ ਬਣੂਗਾ ਇੰਨਾ ਤੇਲ ਪਾਣੀ ਖਰਚ ਕਰਕੇ ਉੱਥੇ ਬੈਠੇ ਹੋਏ ਨੇ ਉਹਨਾਂ ਦੀਆਂ ਪੇਮੈਂਟਸ ਸੋ ਉਹ ਕੰਪਨੀਆਂ ਉਹ ਸ਼ੂਗਰ ਮਿਲਸ ਉਹ ਆਪਣਾ ਪ੍ਰੋਫਿਟ ਕਮਾ ਰਹੀਆਂ ਨੇ ਉਹਨਾਂ ਦੇ ਪ੍ਰੋਫਿਟ ਦੇ ਕੋਈ ਸੇਕ ਨਹੀਂ ਲੱਗਾ ਸੇਕ ਕਿਸਾਨਾਂ ਤੇ ਔਰ 72 ਕਰੋੜ ਰੁਪਇਆ ਜਿਹਨੇ ਦੇਖੋ ਪੁੱਤਾਂ ਵਾਂਗੂ ਫਸਲ ਪਾਲੀ ਹੋਵੇ ਫਿਰ ਅੱਧੀ ਰਾਤੀ ਅਸੀਂ ਦੇਖਿਆ ਉੱਥੇ ਲਾਈਨਾਂ 'ਚ ਲੱਗ ਜਾਂਦੇ ਜਾ ਕੇ 2 ਤੋਂ 3 ਦਿਨ ਬਰਬਾਦ ਹੁੰਦੇ ਆ ਖਾਲੀ ਹੋਣ ਨੂੰ ਰਕਮਾਂ ਨਹੀਂ ਮਿਲਣੀਆਂ ਖਾਲੀ ਹੱਥ ਲੁੱਟਣਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ। ਤੇ ਉਧਰ ਮਾਨ ਸਾਹਿਬ ਵੀ ਕਹਿੰਦੇ ਨੇ ਕਿ ਜਾ ਕੇ ਸੀਐਮ ਸਾਹਿਬ ਪੀਐਮ ਸਾਹਿਬ ਨੂੰ ਮਿਲੇ ਨੇ ਕਿਸਾਨੀ ਮੁੱਦਿਆਂ ਦੇ ਉੱਤੇ ਗੱਲ ਕੀਤੀ ਹੈ ਐਮਐਸਪੀ ਦੇ ਉੱਤੇ ਗੱਲ ਕੀਤੀ ਆਪਾਂ ਪਿਛਲੀ ਲੰਘੇ ਕੱਲ ਨੂੰ ਆਪਾਂ ਗੱਲ ਕੀਤੀ ਸੀ ਇਸ ਬਾਰੇ ਉਹ ਵੀ ਮਸਲੇ ਕਿਸਾਨਾਂ ਦੇ ਨੇ ਮਤਲਬ
ਫਸੇ ਹੀ ਪਏ ਨੇ ਸਾਰੇ ਪਾਸੇ, ਕੰਮ ਫਸਿਆ ਹੀ ਪਿਆ, ਕਿਸੇ ਪਾਸੇ ਕੋਈ ਸਿੱਧਾ ਰਾਹ ਨਿਕਲਦਾ ਨਹੀਂ ਪਤਾ ਦਿਖਦਾ। ਨਹੀਂ ਨਿਕਲ ਕੇ ਆਉਂਦਾ। ਹਾਂ, ਧੁੰਦਲਾ ਹਰ ਪਾਸੇ ਧੁੰਦਲਾ, ਅਕਸ ਧੁੰਦਲਾ ਹੈ ਜੀ। ਪਤਾ ਨਹੀਂ ਔਰ ਉਹ ਕਦੋਂ ਸਾਫ਼ ਹੋਣਾ, ਉਹ ਚੋਂ ਕਿਹੜਾ ਰਸਤਾ ਨਿਕਲਣਾ, ਉਹ ਚੋਂ ਕਿਹੜੀ ਥਾਂ ਲੱਭਣੀ ਹੈ ਕਿਸੇ ਨੂੰ, ਹਜੇ ਕੁਝ ਨਹੀਂ ਪਤਾ। ਸਭ ਕੁਝ ਮਤਲਬ ਇੱਦਾਂ ਕਹਿੰਦੇ ਆ ਭਵਿੱਖ ਦੇ ਗਰਭ ਦੇ ਵਿੱਚ ਹੈ, ਉਹ ਚੋਂ ਕੀ ਜਨਮ ਲਊਗਾ ਕੁਝ ਨਹੀਂ ਪਤਾ। ਫਿਲਹਾਲ ਸਭ ਕੁਝ ਡਿਸਕਸ਼ਨ ਦੇ ਵਸ ਪਿਆ ਹੋਇਆ, ਆਪਾਂ ਡਿਸਕਸ ਕਰ ਰਹੇ ਹਾਂ। ਵਾਕਈ ਸੋ ਅਨੁਸ਼ਾਸਨੀ ਕਮੇਟੀ ਦਾ ਗਠਨ ਹੋ ਗਿਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। ਮੇਰੇ ਦੋ ਕਰੈਕਟਰਸ ਫੇਵਰੇਟ ਨੇ, ਇੱਕ ਤਾਂ ਸਿੱਧੂ ਸਾਹਿਬ, ਇੱਕ ਸੁਖਬੀਰ ਭਾਜੀ ਜੀ। ਇਹ ਦੋ ਕਰੈਕਟਰ ਮੇਰੇ ਫੇਵਰੇਟ ਨੇ। ਇਹ ਹੁਣ ਸੁਖਬੀਰ ਭਾਜੀ ਦੀ ਆਪਾਂ ਗੱਲ ਕਰਨ ਲੱਗੇ ਹਾਂ। ਪ੍ਰਧਾਨ ਸਾਹਿਬ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ, ਔਰ ਜਿਹੜੀ ਝੁੰਦਾ ਕਮੇਟੀ ਹੈ ਉਹ ਲਾਗੂ ਤਾਂ ਹੋ ਗਈ। ਇੱਕ ਜਿਹੜੀ ਅਨੁਸ਼ਾਸਨੀ ਕਮੇਟੀ ਵੀ ਬਣਾ ਦਿੱਤੀ ਗਈ ਕਿ ਡਿਸਪਲਿਨ ਹੋਣਾ ਚਾਹੀਦਾ। ਸੋ ਉਹਦੇ ਉੱਤੇ ਕਾਰਵਾਈ ਵੀ ਹੋ ਰਹੀ ਹੈ। ਪਰ ਜਿਹੜਾ ਵਿਰੋਧੀ ਧਿਰ ਕਿੱਦਾਂ ਅਯਾਲੀ ਸਾਹਿਬ ਨੇ ਜਿਹੜੀਆਂ ਵੋਟਾਂ ਨਹੀਂ ਪਾਈਆਂ ਸੀ ਜਦੋਂ ਇਹਨਾਂ ਨੇ ਸਪੋਰਟ ਕੀਤਾ ਹੈ ਪ੍ਰੈਜ਼ੀਡੈਂਟ ਸਾਹਿਬ ਨੂੰ, ਉਹਨਾਂ ਨੇ ਕਿਹਾ ਕਿ ਨਹੀਂ ਬਈ ਪੰਜਾਬ ਵਾਸਤੇ ਕੀ ਕੀਤਾ ਹੈ, ਤਾਂ ਉਹਨਾਂ ਨੇ ਆਪਣਾ ਇੱਕ ਸਟੈਂਡ ਲਿਆ। ਖੈਰ ਉਹ ਕਹਿੰਦੇ ਨੇ ਕਿ ਅਸੀਂ ਤਾਂ ਕਮੇਟੀ ਨੂੰ ਔਰ ਅਸੀਂ ਆਪਣੀ ਪਾਰਟੀ ਨੂੰ ਸਟਰੋਂਗ ਬਣਾਉਣ ਵਾਸਤੇ ਜੋ ਵੀ ਹੈ ਉਹ ਹਰ ਹੀਲਾ ਲਾਵਾਂਗੇ। ਪਰ ਆਵਾਜ਼ ਅੰਦਰੋਂ ਇਹ ਆ ਰਹੀ ਹੈ ਕਿ ਜਿਹੜੇ ਪੰਥ ਦੇ ਰਾਹ ਤੇ ਉੱਤੇ ਤੁਰਨ ਦਾ ਦੁਬਾਰਾ ਤੋਂ ਇੱਕ ਅਹਿਦ ਲਿੱਤਾ ਜਾ ਰਿਹਾ, ਔਰ ਹਰ ਗੱਲ ਪਾਰਟੀ ਦੇ ਪਲੇਟਫਾਰਮ ਦੇ ਉੱਤੇ ਡਿਸਕਸ ਹੋਏਗੀ, ਬਿਲਕੁਲ ਟਰਾਂਸਪੇਰੈਂਟ ਰਹੇਗਾ ਸਭ ਕੁਝ। ਪਰ ਪ੍ਰਧਾਨ ਸਾਹਿਬ ਸੁਖਬੀਰ ਭਾਜੀ ਰਹਿਣਗੇ। ਅੱਛਾ, ਵਿਰੋਧ ਅੰਦਰ ਪਾਸੇ ਜਿਹੜਾ ਨਾ ਉਹ ਲਗਾਤਾਰ ਤੇਜ਼ ਵੀ ਹੁੰਦਾ ਰਿਹਾ, ਕਾਫੀ ਜ਼ਿਆਦਾ। ਮਨਪ੍ਰੀਤ ਆਲੀ ਹੋ ਗਿਆ, ਫਿਰ ਬ੍ਰਹਮਪੁਰਾ ਸਾਹਿਬ ਆ ਗਏ, ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਮਤਲਬ ਲਗਾਤਾਰ ਵਿੱਚ ਆਪਸ ਦੇ ਵਿੱਚ ਹੀ ਗੁੱਥਾ ਹੁੰਦੇ ਪਈਆਂ। ਬੜੇ ਲੀਡਰ ਹੋਰ ਵੀ ਜਿਹੜੇ ਅੰਦਰੋਂ ਅੰਦਰ ਹੀ ਕਹਿੰਦੇ ਆ ਕਿ ਅਸੀਂ ਪਾਰਟੀ ਨੂੰ ਸਪੋਰਟ ਨਹੀਂ ਕਰਨਾ, ਜਾਂ ਪਾਰਟੀ ਦਾ ਕੁਝ ਇਦਾਂ ਆ ਗਲਤ ਆ, ਉਹਦੇ ਤੇ ਸਟੈਂਡ ਲੈਣਾ ਸ਼ੁਰੂ ਕਰ ਦਿੱਤਾ, ਜਿਹੜਾ ਪਾਰਟੀ ਵੀ ਅਕਸਰ ਲਈ ਮੈਨੂੰ ਲੱਗਦਾ ਜ਼ਰੂਰੀ ਹੈ। ਪਰ ਦੇਖੋ ਜਦੋਂ ਤੁਸੀਂ ਕਹਿੰਦੇ ਨਾ ਕਿ ਧਿਰ ਕਿ ਭਾਜੀ ਉਹੀ ਰਹਿਣਗੇ, ਤੇ ਉਦੋਂ ਥੋੜਾ ਜਿਹਾ ਨੁਕਸਾਨ ਲੱਗਦਾ ਵੀ ਦੇਖੋ ਉਹੀ ਰਹਿਣਗੇ ਤਾਂ ਫਿਰ ਕਹਿੰਦੇ ਨੇ ਹੁੰਦੇ ਵੀ ਨੇਤਰਤਵ ਤਾਂ ਸੇਮ ਆ, ਕੀ ਹੋਊਗਾ ਫਿਰ ਜੋ ਨੇਤਰਤਵ ਨੂੰ ਸੂਟ ਕਰੇਗਾ ਵਾਕਈ ਉਹ ਹੋਏਗਾ। ਜੋ ਫਿਲਹਾਲ ਸਾਨੂੰ ਸੂਟ ਜੋ ਕਰ ਰਿਹਾ ਆਪਾਂ ਵੀ ਕਰ ਲਈਏ। ਹਾਂ, ਸਾਨੂੰ ਜੋ ਸੂਟ ਕਰਦਾ ਉਹ ਵੀ ਕਰ ਲਈਏ। ਪਰ ਇੱਕ ਗੱਲ ਆ, ਪਾਰਟੀ ਦੇ ਅੰਦਰ ਨਾ ਸੰਤੁਸ਼ਟ ਕੋਈ ਨਹੀਂ ਹੈਗਾ, ਸੰਤੁਸ਼ਟ ਕੋਈ ਨਹੀਂ ਹਰੇਕ ਦੇ ਅੰਦਰ। ਔਰ ਜਿਹੜੇ ਇਹ ਸਾਰੇ ਅਸੰਤੁਸ਼ਟ ਨੇ ਨਾ, ਇਹ ਇਕੱਠੇ ਹੋ ਕੇ ਇਹੀ ਵਿਰੋਧੀ ਧਿਰ ਬਣਦੀ ਹੁੰਦੀ ਹੈ। ਔਰ ਸੁਖਬੀਰ ਭਾਜੀ ਨੂੰ ਇਹਨਾਂ ਨੂੰ ਸੰਤੁਸ਼ਟ ਕਰਨਾ ਚਾਹੀਦਾ, ਤਾਂ ਕਿ ਵਾਕਈ ਸਾਡੀ ਲੋਕਲ ਪਾਰਟੀ ਆ, ਸਾਡੀ ਖੇਤਰੀ ਪਾਰਟੀ ਹੈ, ਮਜ਼ਬੂਤ ਹੋਵੇ। ਬੜੀਆਂ ਉਮੀਦਾਂ ਨਹੀਂ, ਸਾਡੀ ਤਾਂ ਨਹੀਂ ਹੁਣ ਰਹਿ ਗਈ ਐਵੇਂ, ਸਾਡੀ ਨਾ ਕਹੋ ਤੇ ਨਾ ਪੰਜਾਬ ਦੀ ਕਹਿ ਲਓ ਖੇਤਰੀ, ਕਿਉਂਕਿ ਦੇਖੋ ਪਾਰਟੀਆਂ ਤਾਂ ਪੋਲੀਟੀਕਲ ਨੇਤਾਵਾਂ ਦੀਆਂ ਆਈਆਂ ਜੀ। ਇੱਥੇ ਭਾਜੀ ਦਾ ਤੁਸੀਂ ਦੇਖੋ ਵੀ ਸਾਰਾ ਕੁਝ ਹੋ ਗਿਆ। ਹੁਣ ਭਾਜੀ ਮੈਂ ਸਾਡੀ ਤਾਂ ਕਹਿ ਰਿਹਾ ਸੀ ਇਤਿਹਾਸ ਬੜਾ ਪਿਆਰਾ ਨਾ, ਜੇਲਾਂ ਵੀ ਕੱਟੀਆਂ, ਸ਼ਹਾਦਤਾਂ ਵੀ ਦਿੱਤੀਆਂ ਪੰਜਾਬ ਦੇ ਵਾਸਤੇ। ਮੈਂ ਉਸ ਨੂੰ ਲੈ ਕੇ ਕਹਿ ਰਿਹਾ, ਪੱਖ ਚਲੋ ਮੰਨ ਲੈਂਦੇ ਹਾਂ, ਕਿਉਂਕਿ ਇਹ ਕਹਿ ਰਹੇ ਨੇ ਨਾ ਪੰਥ ਦੇ ਰਾਹ ਤੇ ਤੁਰਨਾ ਹੈ, ਤਾਂ ਫਿਰ ਜੇ ਉਹਦਾ 100 ਸਾਲ ਪੁਰਾਣਾ ਪੰਥ ਦਾ ਰਾਹ ਸੀ ਉਹਤੇ ਤੁਰ ਪੈਣ ਤਾਂ ਬਹੁਤ ਹੀ ਵਧੀਆ ਰਹੂਗਾ। ਫਿਲਹਾਲ ਚਲੋ ਉਮੀਦ ਇਹੀ ਆ, ਕਹਿੰਦੇ ਹੁੰਦੇ ਨਾ ਕਿ ਉਦਮ ਲੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ। ਅਸੀਂ ਵੀ ਚੰਗੀ ਉਮੀਦ ਦੇ ਉੱਤੇ ਪ੍ਰੋਗਰਾਮ ਬੰਦ ਕਰਨ ਲੱਗੇ। ਮੈਨੂੰ ਤੇ ਸੰਜੀਵ ਜੀ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।